ਪੜ੍ਹ ਲਿਆ ਨਾ। I think everybody is now catching up to read a lot better than before. ਚਲੋ ਤੁਸੀਂ ਪੜੋ ਫਿਰ, ਸ਼ੁਰੂ ਕਰੋ, ਕਿੱਥੋਂ ਪੜਨਾ? ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ। ਤੇ ਅਸੀਂ ਕੰਟੀਨਿਊ ਕਰ ਰਹੇ ਹਾਂ ਕਿੱਸਾ ਪੂਰਨ ਭਗਤ ਕਾਦਰੀਆਰ, ਔਰ ਅਸੀਂ ਚਲਾ ਰਹੇ ਹਾਂ ਸੀ ਹਰਫੀ ਗੁਰੂ ਗੋਰਖਨਾਥ ਦਾ ਪੂਰਨ ਨੂੰ ਖੂਹੋਂ ਕਢਾਣਾ। ਤੇ ਅਸੀਂ ਅੱਜ ਕਰਾਂਗੇ ਲੈਟਰ ਵਾਓ ਤੋਂ। ਤੇ ਜਦੋਂ ਉਹ ਆ ਕੇ ਦੱਸਦਾ ਉਹਦਾ ਚੇਲਾ ਕਿ ਉਹਨੇ ਬੁੱਤ ਵੇਖਿਆ ਖੂਹ ਵਿੱਚ, ਸੋ ਇੱਥੋਂ ਅਸੀਂ ਚਲਾਂਗੇ। ਵਾਓ ਵਾਸਤਾ ਪਾ ਕੇ ਕਹੇ ਪੂਰਨ, ਨਾਮ ਸਾਈਂ ਦੇ ਇਹ ਸਵਾਲ ਮੇਰਾ, ਜੋ ਵਰਤੀ ਹੈ ਆਖ ਸੁਨਾਵਸਾ ਮੈਂ, ਜਿਸ ਕਾਰਨ ਹੋਇਆ ਇਹ ਅਹਵਾਲ ਮੇਰਾ। ਅਹਲ ਤਰਸ ਹੋ ਸਾਈਂ ਦੇ ਰੂਪ ਤੁਸੀਂ, ਅਹਲ ਤਰਸ ਹੋ ਸਾਈਂ ਦੇ ਰੂਪ ਤੁਸੀਂ, ਬਾਹਰ ਕੱਢ ਕੇ ਪੁੱਛ ਲਓ ਹਾਲ ਮੇਰਾ। ਕਾਦਰ ਯਾਰ ਲਿਖੀ ਵਿੱਚੋਂ ਇੱਕ ਲਾਵਾਂ, ਕੋਈ ਦੱਸ ਦੇ ਗੈਰ ਖਿਆਲ ਮੇਰਾ। ਵਾਹ ਵਾਹ ਵਾਹ, ਬਿਊਟੀਫੁਲ, ਬਹੁਤ ਖੂਬਸੂਰਤ। ਮੈਨੂੰ ਲਾਈਨ ਬਹੁਤ ਪਸੰਦ ਆਈ ਹੈ, ਅਹਲ ਤਰਸ ਹੋ ਸਾਈਂ ਦੇ ਰੂਪ ਤੁਸੀਂ। ਵਾਹ 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 ਵਾਹ। ਜੀ ਹੇ ਪੜੋ ਜੀ। ਹੇ ਜੀ ਮੈਂ ਪੜ੍ਹਨੀ ਆ। ਹੇ ਹੱਸ ਕੇ ਨਾਥ ਨੇ ਹੁਕਮ ਕੀਤਾ, ਵਹਿੰਗੀ ਬਨ ਲਟਕਾਉਂਦੇ ਤੁਰਤ ਚੇਲੇ। ਪੂਰਨ ਬਾਹਰ ਆਇਆ ਗੁਰੂ ਲੋਥ ਡਿਠੀ, ਜਿਉਂ ਕਰ ਵਸਦਾ ਸਾਵਾਂ ਮੀਂਹ ਬੇਲੇ। ਸਾਉ ਨੂੰ ਮੀਂਹ ਬੇਲੇ, ਸੂਰਤ ਸੋਨੀ ਵਿੱਚ ਨਾ ਫਰਕ ਕੋਈ, ਹੱਥ ਪੈਰ ਮੇਲੇ ਗੁਰੂ ਉਸ ਵੇਲੇ। ਕਾਦਰ ਯਾਰ ਭਗਵਾਨ ਨੂੰ ਯਾਦ ਕੀਤਾ, ਸੱਚਾ ਸਾਈਂ ਜੇ ਐਸ ਦੇ ਜ਼ਖਮ ਮੇਲੇ। ਹਾਂਜੀ ਅਧਿਆਤਿਆ ਜੀ ਤੁਸੀਂ ਪੜੋ। ਲਾਮ ਸਰ ਮੈਂ ਗੁਰਮੁਖੀ ਵਾਲੇ ਚੋਂ ਪੜ੍ਹ ਰਿਹਾ ਸਰ। ਲਾਮ ਲੋਥ ਚੁਕਾਈ ਕੇ ਗੁਰੂ ਹੋਰਾਂ, ਪੂਰਨ ਭਗਤ ਨੂੰ ਆਂਦਾ ਹੈ ਚੁੱਕ ਡੇਰੇ। ਬੈਠ ਨਾਲ ਤਾਗੀੜ ਤੇ ਪੁੱਛਿਓ ਨੇ, ਕਿਹੜੇ ਸ਼ਹਿਰ ਨੂੰ ਲੜਕੀਆਂ ਘਰ ਤੇਰੇ। ਕਿਸ ਦਾ ਪੁੱਤਰ ਤੇ ਕੀ ਹੈ ਨਾਂ ਤੇਰਾ, ਕਿਨ ਖੂਹ ਪਾਇਆ ਵੱਡੇ ਹੱਥ ਤੇਰੇ। ਕਾਦਰ ਯਾਰ ਸੁਨਾਵਦਾ ਗੁਰੂ ਤਾਈਂ, ਰੱਬ ਜਾਣਦਾ ਜੋ ਬਣੀ ਨਾਲ ਮੇਰੇ। ਹਾਂਜੀ ਮਦੀਆ ਜੀ ਤੁਸੀਂ ਪੜੋਗੇ। ਬਿਊਟੀਫੁਲ ਜੀ। ਅਲਫ ਆਖਤਾ ਸ਼ਹਿਰ ਉਂਝੇ ਸਾਡਾ ਸੌਰੀ ਉਂਝੇ is it ਓਜੀਨ ਓਕੇ ਸੌਰੀ। ਅਲਿਫ ਆਖਤਾ ਸ਼ਹਿਰ ਓਜੀਨ ਸਾਡਾ, ਰਾਜਾ ਬਕਰ ਮਜੀਦ ਦੇ ਵੱਲ ਹਾਂ ਜੀ। ਇਸ ਮੁਲਕ ਆਇਆ ਸਾਡਾ ਬਾਪ ਦਾਦਾ, ਸਿਆਲਕੋਟ ਬੈਠੇ ਹੁਣ ਮਲ ਹਾਂ ਜੀ। ਪੂਰਨ ਨਾਉ ਤੇ ਪੁੱਤਰ ਸਲਵਾਨ ਦਾ, ਮੈਂ ਜਿਸ ਵੱਢ ਕੇ ਸਟਿਆ ਡਲ ਹਾਂ ਜੀ। ਕਾਦਰ ਯਾਰ ਜੇ ਆਪਣਾ ਆਪ ਦੱਸੋ, ਅੱਗੇ ਤੁਸਾਂ ਸੁਣਾਵਦਾ ਗੱਲ ਹਾਂ ਜੀ। ਆਹਾ ਵਾਹ ਜੀ ਵਾਹ, ਵਧੀਆ ਜੀ, ਬਹੁਤ ਅੱਛੀ ਪੜ੍ਹੀ ਹੈ ਤੁਸੀਂ। ਜੇ ਮੈਂ ਬਾਦਸ਼ਾਹ ਹੁੰਦਾ ਬਰਤਾਨੀਆ ਦਾ ਤੇ ਮੈਂ ਤੁਹਾਨੂੰ ਨੈਸ਼ਨੈਲਿਟੀ ਦੇ ਦੇਣੀ ਸੀ। ਥੈਂਕ ਯੂ, ਖੁਦਾ ਤੁਹਾਡਾ ਬਹੁਤ ਭਲਾ ਕਰੇ। ਭਾਗ ਲੱਗੇ ਰਹਿਣ। ਹਾਂਜੀ ਚਲੋ ਜੀ ਸ਼ਹਿਜ਼ਾਦੀ ਤੁਸੀਂ ਹੁਣ ਆ ਜਾਓ, ਅਗਲਾ ਬੰਦ ਤੁਸੀਂ ਪੜ੍ਹ ਦਿਓ। ਇਹ ਯਾਦ ਕਰ ਚੇਲਿਆਂ ਕਿਆ ਕੋਲੋਂ, ਗੁਰੂ ਬਾਲ ਗੁੰਦਾਈ ਦਾ ਬਖਸ਼ਹਾਰਾ। ਕੁਝ ਮੰਗ ਲੈ ਬੇਪਰਾਨਿਆਂ ਓਏ, ਟਿੱਲੇ ਵਾਲਾ ਏ ਸਾਈਂ ਦਾ ਸੰਤ ਭਾਰਾ। ਇਹਦਾ ਜੋਗ ਦਰਗਾਹ ਮਨਜ਼ੂਰ ਹੋਇਆ, ਮੱਥਾ ਟੇਕਦਾ ਜਗ ਜਹਾਨ ਸਾਰਾ। ਕਾਦਰ ਯਾਰ ਫਕੀਰਾਂ ਦੀ ਗੱਲ ਸੁਣ ਕੇ, ਪੂਰਨ ਪਵੇ ਪੈਰੀ ਹੋਏ ਮਿੰਨਤਦਾਰਾ। ਮਿੰਨਤਦਾਰਾ ਆਪਣੀ ਜੀ ਗੱਲ ਹੈ। ਵਿਰਦਾ ਜੀ ਦੀ ਪੰਜਾਬੀ ਰੀਡਿੰਗ ਬਹੁਤ ਅੱਛੀ ਹੈ, ਫ੍ਰੈਂਕਲੀ ਸਪੀਕਿੰਗ ਸਭ ਦੀ ਅੱਛੀ ਹੈ, ਲੇਕਿਨ ਵਿਰਦਾ ਜੀ ਦੀ ਬਹੁਤ ਅੱਛੀ। ਇਹਨਾਂ ਦੀ ਗੱਲ ਕਰ ਰਹੇ ਹੋ? ਵਿਰਦਾ ਜੀ ਦੀ। ਮੈਂ ਤਾਂ ਨਹੀਂ ਭੇਜਦਾ ਪਿਆ, ਮੈਂ ਕਿਹਾ ਸਾਰੇ ਤੇ ਬਹੁਤ ਅੱਛਾ ਪੜ੍ਹਦੇ ਪਏ ਨੇ ਜੀ। ਆਪ ਅੱਛਾ ਪੜ੍ਹਦੇ ਨੇ, ਬਹੁਤ ਅੱਛਾ ਪੜ੍ਹਦੇ ਨੇ, ਬੜਾ ਜ਼ਬਰਦਸਤ ਪੋਡਕਾਸਟ ਚਲਾਉਂਦੇ ਨੇ। ਹਾਂ ਬੜੀ ਜ਼ਬਰਦਸਤ ਪੰਜਾਬੀ, ਬਿਊਟੀਫੁਲ।
ਵਾਓ ਵਾਸਤਾ ਪਾ ਕੇ ਕਹੇ ਪੂਰਨ ਨਾਮ ਸਾਈਂ ਦੇ ਇਹ ਸਵਾਲ ਮੇਰਾ ਜੋ ਵਰਤੀ ਹੈ ਆਖ ਸੁਨਾਵਸਾ ਮੈਂ ਜਿਸ ਕਾਰਨ ਹੋਇਆ ਇਹ ਅਖਵਾਲ ਮੇਰਾ ਅਹਲੇ ਤਰਸ ਹੋ ਸਾਈਂ ਦੇ ਰੂਪ ਤੁਸੀਂ ਬਾਹਰ ਕੱਢ ਕੇ ਪੁੱਛ ਲੋ ਹਾਲ ਮੇਰਾ ਕਾਦਰ ਯਾਰ ਲਿਖੀ ਵਿੱਚੋਂ ਇੱਕ ਨਾਵਾਂ ਕੋਈ ਦੱਸ ਦੇ ਗੈਰ ਖਿਆਲ ਮੇਰਾ। ਬੜੀ ਫਿਲਾਸਫੀਕਲ ਗੱਲਾਂ ਵੀ ਨੇ ਇਹਦੇ ਵਿੱਚ, ਲੇਕਿਨ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਨੋਟ ਕਰਨ ਵਾਲੀ ਕਿ ਉਹ ਇੱਕ ਅਜਨਬੀ ਆਦਮੀ ਹੈ ਗੋਰਖਨਾਥ, ਫਸਟ ਟਾਈਮ ਉਹਨੂੰ ਮਿਲਿਆ ਪੂਰਨ ਨੂੰ, ਤੇ ਦੇਖੋ ਦੋਵਾਂ 'ਚ ਜਿਹੜਾ ਡਾਇਲੌਗ ਹੋ ਰਿਹਾ ਕਿੰਨਾ ਮਿਊਚੁਅਲ ਹੈ ਔਰ ਕਿੰਨੀ ਉਹਦੇ ਵਿੱਚ ਇੱਕ ਦੂਜੇ ਲਈ ਰਿਸਪੈਕਟ ਹੈ, ਕਿੰਨਾ ਇੱਕ ਦੂਸਰੇ ਲਈ ਆਦਰ ਹੈ। ਔਰ ਪਿਓ ਪੁੱਤਰ ਦਾ ਤੁਸੀਂ ਡਾਇਲੌਗ ਯਾਦ ਕਰੋ ਕਿ ਕਿਸ ਤਰ੍ਹਾਂ ਉਹ ਜਿਹੜਾ ਸੀ ਬਾਦਸ਼ਾਹ ਰੂਡ ਹੋ ਕੇ ਉਹਦੇ ਅੱਗੇ ਬੋਲਦਾ ਸੀ ਪੂਰਨ ਨੂੰ, ਜਿਸ ਤਰ੍ਹਾਂ ਉਹ ਇਨਸਾਨ ਹੀ ਨਹੀਂ ਹੈਗਾ। ਹੁਣ ਇੱਥੇ ਅੰਡਰਸਟੈਂਡਿੰਗ ਦੇ ਵਿੱਚ ਗੱਲਾਂ ਕਿਸ ਤਰ੍ਹਾਂ ਜਿਹੜੀਆਂ ਨੇ ਬਹੁਤ ਮਿਊਚੁਅਲ ਹੋ ਰਹੀਆਂ ਨੇ। ਵਾਸਤਾ ਪਾ ਕੇ ਕਹੇ ਪੂਰਨ ਨਾਮ ਸਾਈਂ ਦੇ ਇਹ ਸਵਾਲ ਮੇਰਾ। ਨਾਮ ਸਾਈਂ ਮਨੇ ਰੱਬ ਦੇ ਨਾਂ ਤੇ, ਗਾਡ। ਸਾਈਂ ਜਿਹੜਾ ਸਾਡਾ ਬੜਾ ਇੱਕ ਪਾਵਰਫੁਲ ਲਫ਼ਜ਼ ਹੈ ਪੰਜਾਬੀ ਸ਼ਾਇਰੀ ਦੇ ਵਿੱਚ, ਪੰਜਾਬੀ ਕਲਾਸੀਕਲ ਸ਼ਾਇਰੀ ਦੇ ਵਿੱਚ, ਔਰ ਸਿੰਧ ਦੇ ਵਿੱਚ ਤੇ ਉਹ ਮਿਸਟਰ ਲਈ ਯੂਜ਼ ਕੀਤਾ ਜਾਂਦਾ ਹੈ। ਜਿਹੜਾ ਅਸੀਂ ਮਿਸਟਰ ਲਈ ਯੂਜ਼ ਕਰਨੇ ਆ ਉਹ ਸਾਈਂ, ਸਾਈਂ ਮੇਰੀ ਗੱਲ ਸੁਣੋ ਤੋ ਚਾਹ ਸਾਈਂ ਜਵਾਬ ਤੇ ਦਵੋ। ਇਹ ਕਾਫੀ ਸਾਊਥ ਪੰਜਾਬ ਵਿੱਚ ਵੀ, ਅੱਗੇ ਸਿੰਧ ਵਿੱਚ ਵੀ। ਤੇ ਸ਼ਾਹ ਹੁਸੈਨ ਬਹੁਤ ਜ਼ਿਆਦਾ ਵਰਤਾ ਹੈ, ਕਹੇ ਹੁਸੈਨ ਫਕੀਰ ਸਾਈਂ ਦਾ, ਬਾਰ ਬਾਰ ਆਉਂਦਾ ਉਹਦਾ। ਤੇ ਸਾਈਂ ਮੈਂ ਨਾਂ ਇਹ ਸਵਾਲ ਕਰ ਰਿਹਾ ਰੱਬ ਦੇ ਨਾਂ ਤੇ, ਮਾਸਟਰ ਜੋ ਵਰਤੀ ਹੈ ਆਖ ਸੁਨਾਵਸਾ ਮੈਂ ਜਿਸ ਕਾਰਨ ਇਹ ਹੋਇਆ ਹਾਲ ਮੇਰਾ ਅਹਲੇ ਤਰਸ ਹੋ ਸਾਈਂ ਦੇ ਰੂਪ ਤੁਸੀਂ। ਅਹਲ ਮੈਨੇ ਮਾਸਟਰ ਮੈਨੇ, you are master of mercies, compassion, who feels piety, ਇਹ ਸਾਰਿਆਂ ਦੇ ਤੁਸੀਂ ਮਾਸਟਰ ਹੋ, ਸਾਈਂ ਹੋ। ਬਾਹਰ ਕੱਢ ਕੇ ਪੁੱਛ ਲੋ ਹਾਲ ਮੇਰਾ ਕਾਦਰ ਯਾਰ ਲਿਖੀ ਵਿੱਚੋਂ ਇੱਕ ਨਾਵਾਂ। ਨਾਵਾਂ ਮੈਨੇ ਹਿਸਾਬ ਵਿੱਚੋਂ ਇੱਕ ਮੇਰਾ ਨਾਂ ਸੀ, ਇੱਕ ਮੇਰਾ ਨਾਂ ਲਿਖਿਆ ਗਿਆ ਸੀ। ਕੋਈ ਦੱਸ ਦੇ ਗੈਰ ਖਿਆਲ ਮੇਰਾ। ਗੈਰ ਖਿਆਲ ਤੋਂ ਮੈਂ ਰਹਿ ਕੇ ਨੌਨ ਗॉड, ਜਿਹੜਾ ਸੂਫੀ ਥਾਟ ਦੇ ਵਿੱਚ ਜਿਹੜਾ ਜੇ ਤੁਸੀਂ ਰੱਬ ਨੂੰ ਫੀਲ ਨਹੀਂ ਕਰ ਰਹੇ ਤੇ ਉਹ ਗੈਰ ਖਿਆਲ ਹੈ। ਇੱਕ ਨਾਂ ਸੀ ਮੇਰਾ, ਔਰ ਕੋਈ ਦੱਸੇ ਕਿ ਇੱਕ ਦਫਾ ਵੀ ਮੈਂ ਰੱਬ ਨੂੰ ਨਾ ਮੰਨਿਆ ਹੋਵੇ ਜਾਂ ਰੱਬ ਤੋਂ ਆਪਣਾ ਧਿਆਨ ਪਿੱਛੇ ਕੀਤਾ ਹੋਵੇ, ਕਿਸੇ ਮੈਂ ਉਹਦੀ ਹਾਜ਼ਰੀ ਦੇ ਵਿੱਚ ਨਾ ਰਿਹਾ ਹੋਵਾਂ ਜਾਂ ਉਹਨੂੰ ਮੈਂ ਨਾ ਮੰਨਿਆ ਹੋਵੇ। ਤੁਸੀਂ ਅਗਰ ਯਾਦ ਕਰੋ ਜਿਹੜੇ ਲੂਣਾ ਦੇ ਨਾਲ ਉਹਦੇ ਨਾਲ ਡਾਇਲੌਗ ਹੋਏ ਸਨ ਪੂਰਨ ਦੇ, ਉੱਥੇ ਵੀ ਉਹ ਕਹਿੰਦਾ ਕਿ ਮੈਂ ਗਾਡ ਦੇ ਨਾਲ ਖਲੋਤਾ, ਰੱਬ ਦੇ ਨਾਲ ਆ ਮੈਂ। ਰੱਬ ਜਿਹੜਾ ਇਸ ਚੀਜ਼ ਨੂੰ ਪਸੰਦ ਨਹੀਂ ਕਰੇਗਾ। ਅਖਲਾਕੀਆਤ ਜਿਹੜੀਆਂ ਹੈ ਨੇ ਜਾਂ ਜੋ ਵੀ ਪਰੰਪਰਾ ਹੈ, ਜੋ ਵਿਹਾਰ ਹੈ, ਜੋ ਸਟੇਟਸ ਕੋ ਹੈ, ਉਹਦੇ ਤੇ ਕਹਿੰਦਾ ਸੀ ਮੈਂ ਬਾਰ-ਬਾਰ ਜ਼ਿਕਰ ਕਰਦਾ ਸੀ। ਦੂਸਰਾ ਰੱਬ ਦਾ ਵੀ ਜ਼ਿਕਰ ਕਰਦਾ ਸੀ ਤੇ ਕਹਿੰਦਾ ਇੱਕ ਦਫਾ ਵੀ ਮੈਂ ਗੈਰ ਖਿਆਲ ਉਹਦੇ ਵਿੱਚ ਨਹੀਂ ਗਿਆ। ਇੱਥੇ ਕੋਈ ਦੋਸਤ ਗੱਲ ਕਰਨਾ ਚਾਹੇ ਤੇ ਕਰੇ। ਕਾਦਰ ਯਾਰ ਨੇ ਆਪਣੇ ਨਾਂ ਲਾ ਕੇ ਆਖਰੀ ਦੋ ਸ਼ੇਰ ਲਿਖੇ ਨੇ। ਅੱਛਾ, ਇੰਨਾ ਡਾਇਲੌਗ ਉਹਦੇ ਪਿਓ ਨਾਲ ਨਹੀਂ ਹੈਗਾ, ਪਹਿਲੀ ਵਾਰੀ ਉਹ ਜਿਹੜਾ ਨਾ ਬੋਲ ਰਿਹਾ, ਐਕਚੁਅਲੀ ਬੋਲ ਰਿਹਾ। ਹਾਂ, ਐਕਚੁਅਲੀ ਬੋਲ ਰਿਹਾ। ਬਹੁਤ ਅੱਛੀ ਗੱਲ ਹੈ। ਦੱਸੋ ਤੁਸੀਂ। ਉੱਥੇ ਆਪਣੀ ਕਮਿਟਮੈਂਟ ਸ਼ੋ ਕਰ ਰਿਹਾ ਉਹ। ਇਹ ਲਾਈਨ ਬੜੀ ਪਾਵਰਫੁਲ ਲਾਈਨ ਹੈ। ਕਾਦਰ ਯਾਰ ਲਿਖੀ ਵਿੱਚੋਂ ਇੱਕ ਨਾਵਾਂ, ਇੱਕ ਨਾਂ ਮੇਰਾ ਲਿਖਿਆ ਗਿਆ ਸੀ। ਕੋਈ ਦੱਸ ਦੇ ਗੈਰ ਖਿਆਲ ਮੇਰਾ। ਉਹਦੇ ਵਿੱਚ ਇੱਕ ਦਫਾ ਵੀ ਗੈਰ ਖਿਆਲ ਮੈਂ ਹੋਇਆ ਹੋਵਾਂ। ਜਿਹੜਾ ਮੇਰਾ ਨਾਂ ਲਿਖਿਆ ਗਿਆ ਸੀ ਉਹਦੇ ਚ ਮੈਂ ਇੱਕ ਦਫਾ ਵੀ ਜਿਹੜਾ ਮੇਰਾ ਹਿਸਾਬ ਹੋਣਾ ਹੈ, ਨਾਵਾਂ ਮੈਨੇ ਵੈਸੇ ਥੱਲੇ ਉਹਨਾਂ ਨੇ ਹਿਸਾਬ ਲਿਖਿਆ ਹੈ,
ਇੱਕ ਦਫਾ ਵੀ ਮੇਰੇ ਜਿਹੜਾ ਹਿਸਾਬ ਹੋਣਾ ਹੈ, ਜਿੱਥੇ ਵੀ ਮੇਰਾ ਹਿਸਾਬ ਹੋਣਾ ਹੈ, ਉਹਦੇ ਚ ਗੈਰ ਖਿਆਲ ਮੈਂ ਇੱਕ ਦਫਾ ਵੀ ਹੋਇਆ ਹੋਵਾਂ। ਗੈਰ ਖਿਆਲ ਜਿਹੜਾ ਜਿਹਨੂੰ ਤੁਸੀਂ ਐਲੀਨੇਸ਼ਨ ਕਹਿੰਦੇ ਹੋ, ਐਲੀਨੇਟਡ ਫਰੋਮ ਗਾਡ। ਉਹ ਸੁਲਤਾਨ ਬਾਹੂ ਦੀ ਲਾਈਨ ਹੈ, ਜੋ ਦਮ ਗਾਫਲ ਸੋ ਦਮ ਕਾਫਰ, ਸਾਨੂੰ ਮੁਰਸ਼ਦ ਐ ਪੜਾਇਆ ਹੂ। ਕਿ ਜਿਹੜਾ ਮੈਂ ਇੱਕ ਗੈਰ ਖਿਆਲ ਮੈਨੇ ਇੱਥੇ ਗਾਫਲ ਹੋਣ ਦੀ ਗੱਲ ਹੈ ਕਿ ਇੱਕ ਦਫਾ ਵੀ ਮੈਂ ਗਾਫਲ ਨਹੀਂ ਰਿਹਾ। ਜਿਹੜਾ ਮਾਡਰਨ ਐਗਜ਼ਿਸਟੈਂਸ਼ੀਅਲਿਸਟ ਫਿਲਾਸਫੀ ਹੈ, ਉਹਦੇ ਵਿੱਚ ਵੀ ਜਿਹੜੀ ਹੈਲ ਦਾ ਕੰਸੈਪਸ਼ਨ ਹੈ, ਹੈਲ ਜਿਹੜੀ ਹੈ, ਨਿਰਕ ਜਿਹੜੀ ਹੈ, ਉਹ ਐਲੀਨੇਸ਼ਨ ਹੈ। ਐਕਚੁਅਲੀ ਉਹ ਐਲੀਨੇਸ਼ਨ ਹੈ, ਜਿਸ ਤੋਂ ਬੰਦਾ ਟੋਟਲ ਦੁਨੀਆ ਤੋਂ ਵੱਖ ਹੋ ਜਾਏਗਾ, ਬਿਲਕੁਲ ਉਹਦੇ ਨਾਲ ਕੋਈ ਵੀ ਨਹੀਂ ਹੋਏਗਾ, ਆਲ ਅਲੋਨ ਹੋਏਗਾ। ਉਹ ਹੈਲ ਹੈਗਾ, ਉਹ ਹੈਲ ਹੈ ਉਹਦੇ ਲਈ। ਤੇ ਗੈਰ ਖਿਆਲ ਜਿਹੜਾ ਵਿਦਾਊਟ ਗਾਡ, ਵਿਦਾਊਟ ਥਿੰਕਿੰਗ ਆਫ ਗਾਡ। ਹਾਂਜੀ, ਅੱਗੇ ਚਲੀਏ ਜੀ। ਮਦੀਆ ਜੀ ਕੁਛ ਕਹਿਣਾ ਤੁਸੀਂ ਹੋਰ? ਈਸ਼ਵਰ ਜੀ ਤੁਸੀਂ? ये आखिरी दो लाइना बहुत ही क्योंकि ये बड़ी अपर जेड़ा पूरन है ना, वो आखना पिया बाहर कट के पूछ लो हाल मेरा। मसलन वो गोरखनाथ की आखना पिया के माड़े बारे च ख्याल करो या माड़ा हाल पूछो। ते अपर बुन जेड़ा है ना कादर यार, वही सेंटिमेंट एक इंसान दी तरफों जेड़ी खुदा नाल एक्सप्रेस करना पिया कि मैं जेड़ा आ तुसां ने बारे च कोई एक सोच भी गैर ख्याल नहीं या एक हिसाब भी गैर ख्याल नहीं। ये बड़ी एक जेड़ा बंदा लॉ लाना ना, उसनी एक स्टेट कादर यार भी एक्सप्रेस करना पिया। ते जे ज़ाहिर है ये भी लॉ लासी पूरन भी, ओ भी स्टेट जेड़ा है ना, वो स्टेट इस शेर च पता चलनी पी, इसी हरफी च पता चलनी पी। और जिस तरह इन्होंने शहजादी जी ने कहा कि पहली दफा बोल रहे हैं, और जो वो बोले है तो सानू पता लगे कि तो बहुत मैच्योर बंदा है और वो अपनी कमिटमेंट का पक्का बंदा है और अपनी कमिटमेंट ही कह रहा है। कोई दस दे खैर गैर ख्याल मेरा, ते मैनू किस चीज की सजा दी गई है? मैनू 12 वरे उत्थे पूरे पाया गया, फिर इत्थे खूह छुटिया गया। जो कादर यार लिखी विचों एक नावा, जो मेरे हिसाब विच जो लिखिया गया सी, ਉਹਦੇ ਕਿੱਥੇ ਮੈਂ ਜਿਹੜਾ ਤੁਹਾਨੂੰ ਲੱਗਾ ਕਿ ਆਈ ਐਮ ਐਟ ਫਾਲਟ ਜਾਂ ਮੈਂ ਕੋਈ ਜਿਹੜੀ ਹੈ ਕੋਈ ਗਲਤ ਕੀਤਾ ਹੈ? ਜ਼ੁਬੈਰ ਸਾਹਿਬ ਥੋੜਾ ਜਿਹਾ ਨਾ ਸ਼ਿਕਵਾ ਕਰ ਰਿਹਾ ਇਹਦੇ ਚ ਕਿ ਮੇਰਾ ਜੋ ਮੈਨੂੰ ਸਜ਼ਾ ਮਿਲੀ ਹੈ, ਮੇਰਾ ਕੋਈ ਗੁਨਾਹ ਜਾਂ ਜੁਰਮ ਕੋਈ ਐਡਾ ਵੱਡਾ ਨਹੀਂ ਸੀ, ਤੇ ਉਹ ਮਰਜ਼ੀ ਮੰਗ ਰਿਹਾ ਕਿ ਵੀ ਐ ਸਾਈਂ ਮੈਨੂੰ ਦੱਸ ਮੈਨੂੰ ਕਾਹਦੀ ਸਜ਼ਾ ਮਿਲੀ ਹੈ, ਮੈਂ ਤੇ ਕਦੀ ਗਾਫਲ ਨਹੀਂ ਰਿਹਾ। ਸੋ ਇਹ ਵੀ ਇੱਕ ਐਗਜ਼ਿਸਟੈਂਸ਼ੀਅਲਿਸਟ ਜਿਹੜਾ ਅਸੀਂ ਕੰਪਲੇਂਟ ਦੇਖਨੇ ਆ ਸ਼ਾਇਰੀ ਦੇ ਵਿੱਚ, ਲਿਖਤ ਚ, ਕਿ ਲਿਖੀ ਲੋਹ ਕਲਮ ਦੀ ਕਾਦਰ ਨੇ ਮਾਏ ਮੋੜ ਜੇ ਸਕਨੀ ਮੋੜ, that sort of thing। ਲੇਕਿਨ ਇਹ ਲਾਈਨ ਜਿਹੜੀ ਹੈ ਮੇਰਾ ਖਿਆਲ ਹੈ ਕਿ ਬਿਲਕੁਲ ਮੈਂ ਉਹ ਦੇ ਜਗ੍ਹਾ ਮੈਂ ਕਿ ਐਡੀ ਕੰਪਲਿਕੇਟਡ ਲਾਈਨ ਨੇ ਮੇਰੇ ਖਿਆਲ ਹੁਣ ਤੱਕ ਜਿੰਨਾ ਸੀ ਪੜ੍ਹਿਆ ਨਾ, ਦਿਸ ਇਜ਼ ਦ ਮੋਸਟ ਕੰਪਲਿਕੇਟਡ ਲਾਈਨ। ਦੋ ਲਾਈਨਾਂ ਜਿਹੜੀਆਂ ਨੇ, ਕਾਦਰ ਯਾਰ ਲਿਖੀ ਵਿੱਚੋਂ ਇੱਕ ਨਾਮਾ, ਕੋਈ ਦੱਸ ਦੇ ਗੈਰ ਖਿਆਲ ਮੇਰਾ, ਬਹੁਤ ਕੰਪਲਿਕੇਟਡ ਲਾਈਨ ਹੈ, ਬਹੁਤ ਫਿਲੋਸੋਫਿਕਲੀ ਕੰਡੈਂਸਡ ਲਾਈਨਸ ਨੇ। ਮੈਂ ਬਿਲਕੁਲ ਨਹੀਂ ਸਮਝ ਪਾ ਰਿਹਾ ਕਿ ਗੈਰ ਖਿਆਲ ਕਿਹਨੂੰ ਕਹਿ ਰਿਹਾ, ਨਾਮਾ ਕਿਹਨੂੰ ਕਹਿ ਰਿਹਾ। ਇਟ ਇਜ਼ ਓਪਨ ਟੂ ਐਨੀ ਇੰਟਰਪ੍ਰੀਟੇਸ਼ਨ। ਬਿਊਟੀਫੁਲ। ਇੱਥੇ ਕਾਦਰ ਯਾਰ ਨੇ ਮਨਵਾਇਆ ਆਪਣੇ ਆਪ ਨੂੰ। ਮੈਨੂੰ ਯਾਦ ਆ ਗਿਆ ਜਦੋਂ ਕੰਟਰਾਸਟ ਕਰਨਾ ਪੈਸਾ, ਜਦੋਂ ਵਾਰਿਸ ਸ਼ਾਹ ਦੇ ਵਿੱਚ ਰਾਂਝਾ ਜੋਗੀ ਕੋਈ ਜਾਂਦਾ ਹੈ ਤੇ ਉਹ ਕਹਿੰਦਾ ਟਿੱਲੇ ਜੋਗੀ ਦੇ ਜਾਇਕ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਸਾਈਂ, ਤੇਰੇ ਦਰਸ਼ ਦੀਦਾਰ ਦੇ ਵੇਖਣੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਸਾਈਂ। ਉਹ ਜਿਵੇਂ ਉਹ ਮਿੰਨਤ ਕਰ ਰਿਹਾ ਹੁੰਦਾ ਹੈ ਰਾਹ ਫੜਨ ਵਾਸਤੇ, ਇੱਥੇ ਐਗਜ਼ੈਕਟਲੀ ਪੂਰਨ ਭਗਤ ਜਿਹੜਾ ਬਿਲਕੁਲ ਐਬਸੋਲੂਟਲੀ ਸੇਮ ਸਿਚੁਏਸ਼ਨ, ਉਸ ਤਰ੍ਹਾਂ ਉਹਨੂੰ ਸਾਈਂ ਕਹਿ ਕੇ ਤੇ ਉਹਦੇ ਕੋਲ ਆ ਗਿਆ ਕਿ ਵੀ ਹੁਣ ਤੂੰ ਹੀ ਮੇਰਾ ਪਾਲਣਹਾਰ ਹੈ, ਦੇਖਣ ਵਾਲਾ ਹੈ। ਬਿਊਟੀਫੁਲ।
ਬਸ ਇਹਨਾਂ ਕਹਿਣਾ ਸੀ। हाँ जी शहजादी जी, अगला बंद पढ़ो, हे वाला। हे हंस के नाथ ने हुक्म कीता। मैं पढ़ती हूँ। हे हंस के नाथ ने हुक्म कीता, विंगी बन लटकांदे तुरत चेले, पूरन बार आया गुरु लोथ डिठी, ज्यों कर वसदा सावनो मी बेले, सूरत सोनी विच न फर्क कोई, हथ पैर मेले गुरु उस वेले, कादिर यार भगवान नू याद कीता, सच्चा साईं जे ऐस दे जख्म मिले। हाँ, हे हंस के नाथ ने हुक्म कीता। नाथ देखो, नाथ ਜਿਹੜਾ ਉਹ ਕਿੰਨਾ ਬਿਲਕੁਲ ਲਾਈਟ ਮੂਡ 'ਚ ਹੈਗਾ, ਹੱਸ ਕੇ ਉਹ ਉਹਨੂੰ ਕਹਿ ਰਿਹਾ ਹੈ ਕਿ ਗੈਰ ਖਿਆਲ ਨਹੀਂ ਹੈ। ਸ਼ਾਇਦ ਉਸ ਗੱਲ ਤੇ ਹੱਸਿਆ ਜਾਂ ਉਹਦੀ ਤਪੱਸਿਆ ਤੇ ਜਾਂ ਉਹ ਜੋ ਵੀ ਹੈ। ਨਾਥ ਦਾ ਮਤਲਬ ਮੈਂ ਹੋਰ ਵੀ ਕਰਾਂਗਾ ਸਰਚ, ਲੇਕਿਨ ਇੱਥੇ ਇੱਕ ਤੇ ਇਹਦਾ ਨਾਥ ਦਾ ਮਤਲਬ ਹੈ ਪ੍ਰੋਟੈਕਟਰ। ਇਹਦੇ ਤੋਂ ਹੀ ਨਾਥ ਜੋਗੀ ਵੀ ਬਣੇ ਨੇ, ਔਰ ਨਾਥ ਇਹਦੇ ਵਿੱਚ ਹੈਗਾ ਗੋਰਖਨਾਥ, ਪੈਟਰਨ ਇਨ ਚੀਫ ਵੀ ਹੈ, ਮਾਸਟਰ ਵੀ ਹੈ। ਵਹਿੰਗੀ ਬਨ ਲਟਕਾਉਂਦੇ ਤੁਰਤ ਚੇਲੇ, ਉਹ ਜਿਹੜੀ ਰੱਸੀ ਹੈਗੀ ਹੈ ਉਹਨੂੰ ਉਹਨਾਂ ਨੇ ਉਸੇ ਵੇਲੇ ਤੁਰਤ ਮੈਨੇ ਐਟ ਵਾਂਸ ਫੌਰਨ ਉਹਨਾਂ ਨੇ ਚੇਲਿਆਂ ਨੇ ਰੱਸੀ ਲਟਕਾਈ। ਪੂਰਨ ਬਾਹਰ ਆਇਆ ਗੁਰੂ ਲੋਥ ਡਿੱਠੀ। ਅਜੇ ਤੱਕ ਉਹ ਲੋਥ ਹੀ ਹੈ, ਜਿਹੜੀ ਹੈ ਬਾਡੀ ਜਿਹੜੀ ਹੈ, ਸਿਰਫ ਉਹ ਬਾਡੀ ਹੈ। ਗੁਰੂ ਨੇ ਉਹ ਦੇਖੀ ਹੈ। ਜਿਉਂ ਕਰ ਵਸਦਾ ਸਾਵਣੋਂ ਮੀਂਹ ਬੇਲੇ, ਜਿਸ ਤਰ੍ਹਾਂ ਸਾਵਣ ਦੇ ਵਿੱਚ ਮੀਂਹ ਜਿਹੜਾ ਹੈ ਉਹ ਬੇਲਿਆਂ ਦੇ ਵਿੱਚ ਵਸਦਾ ਹੈ ਤੇ ਬਹਾਰ ਆ ਜਾਂਦੀ ਹੈ। ਫੁੱਲ ਖਿੜ ਪੈਂਦੇ ਨੇ, ਦਰਖਤ ਖਿੜ ਪੈਂਦੇ ਨੇ। ਜਿਵੇਂ ਸਾਵਣ ਵਿੱਚ ਬੇਲੇ ਦੇ ਵਿੱਚ ਜਿਹੜੀ ਜੰਗਲ ਹੁੰਦਾ, ਬੇਲਾ ਜਿਹੜਾ ਹੈਗਾ ਜੰਗਲ ਹੈ। ਬੇਲਾ ਵੀ ਸਾਡੀ ਸ਼ਾਇਰੀ 'ਚ ਬਹੁਤ ਪਾਵਰਫੁਲ ਮੈਟਾਫਰ ਹੈ, ਕਿਉਂਕਿ ਬੇਲੇ ਦੇ ਵਿੱਚ ਹੀ ਰਾਂਝਾ ਮਿਲਦੇ ਸਨ। ਤੇ ਦਰਿਆ ਦੇ ਨਾਲ ਜਿਹੜੇ ਜੰਗਲ ਹੁੰਦੇ ਸੀ, ਹੁਣ ਤੇ ਪੰਜਾਬ ਦਾ ਲੈਂਡਸਕੇਪ ਹੀ ਸਾਰਾ ਬਦਲ ਗਿਆ ਹੈ, ਔਰ ਉਹ ਸਾਰਾ ਜਿਹੜਾ ਹੁਣ ਕਿਤਾਬਾਂ ਦੇ ਵਿੱਚ ਰਹਿ ਗਿਆ ਪੰਜਾਬ, ਦਰਿਆਵਾਂ ਦਾ ਪੰਜਾਬ ਤੇ ਰੁੱਖਾਂ ਦਾ ਪੰਜਾਬ ਤੇ ਪੰਖੂਆਂ ਦਾ ਤੇ ਪਖੇਰੂਆਂ ਦਾ ਤੇ ਨੇਚਰ ਦਾ ਸ਼ਾਨਦਾਰ ਜਿਹੜਾ ਸਾਡਾ ਇੱਕ ਲੈਂਡਸਕੇਪ ਸੀ। ਤੇ ਜਿਵੇਂ ਸਾਵਣ ਦੇ ਵਿੱਚ ਮੀਂਹ ਵਸਦਾ ਹੈ ਬੇਲੇ ਦੇ ਵਿੱਚ, ਔਰ ਬੇਲਾ ਜਿਹੜਾ ਉਹ ਖਿਲ ਪੈਂਦਾ ਹੈ। ਸੂਰਤ ਸੋਹਣੀ ਵਿੱਚ ਨਾ ਫਰਕ ਕੋਈ, ਜਿਸ ਤਰ੍ਹਾਂ ਦੀ ਸ਼ੁਰੂ 'ਚ ਉਹਦੀ ਸ਼ਕਲ ਸੀ, ਫਰੋਮ ਵੈਰੀ ਬਿਗਨਿੰਗ ਸਟਾਰਟ ਦੇ ਵਿੱਚ, ਜਿਹਨੂੰ ਦੇਖ ਕੇ ਲੂਣਾ ਜਿਹੜੀ ਹੈ ਮਿਹਰਬਾਨ ਹੋਈ ਸੀ ਜਾਂ ਆਸ਼ਿਕ ਹੋਈ ਸੀ, ਉਹ ਉਸ ਤਰ੍ਹਾਂ ਦੀ ਹੀ ਹੈ ਉਹਦੀ ਸ਼ਕਲ ਹੁਣ ਤੱਕ। 12 ਸਾਲ ਖੂਹ ਦੇ ਵਿੱਚ ਰਹਿ ਕੇ ਵੀ ਉਹਦੇ 'ਚ ਕੋਈ ਫਰਕ ਨਹੀਂ ਆਇਆ। ਹੱਥ ਪੈਰ ਮੇਲੇ ਗੁਰੂ ਉਸ ਵੇਲੇ, ਕਾਦਰ ਯਾਰ ਭਗਵਾਨ ਨੂੰ ਯਾਦ ਕੀਤਾ, ਸੱਚਾ ਸਾਈਂ ਜੇ ਐਸ ਦੇ ਜ਼ਖਮ ਮੇਲੇ। ਇੱਥੇ ਤੁਸੀਂ ਸਮਝ ਸਕਦੇ, ਐਸੇ ਸਵਾਲ ਹੈ, ਇੱਕ ਮਾਡਰਨ ਬੰਦਾ ਜਿਹੜਾ ਹੈ ਉਹਨੂੰ ਤਾਂ ਨਹੀਂ ਇਹ ਸਮਝ ਆਏਗੀ ਕਿ 12 ਸਾਲ ਜਿਹੜੇ ਨੇ ਹੱਥ ਪੈਰ ਉਹਦੇ ਕੱਟੇ ਰਹੇ ਨੇ, ਔਰ ਉਹ ਖੂਹ ਦੇ ਵਿੱਚ ਪਿਆ ਰਿਹਾ ਬੰਦਾ, ਜ਼ਿੰਦਾ ਵੀ ਰਿਹਾ, ਔਰ ਗੁਰੂ ਨੇ ਉਹਦੇ ਜਿਹੜੇ ਹੱਥ ਔਰ ਪੈਰ ਜਿਹੜੇ ਨੇ ਉਹ ਦੁਬਾਰਾ ਜੋੜ ਦਿੱਤੇ ਨੇ। ਉੱਥੇ ਕਿਤੇ ਜਿਵੇਂ ਲੱਗਦਾ ਪਏ ਸਨ, ਕੱਟ ਕੇ ਉੱਥੇ ਹੀ ਕਿਤੇ ਸੁੱਟ ਗਏ ਸਨ, ਤੇ ਗੁਰੂ ਨੇ ਉਹਦੇ ਹੱਥ ਪੈਰ ਦੁਬਾਰਾ ਮੇਲ ਦਿੱਤੇ ਨੇ। ਇਹ ਸਾਰਾ ਜਿਹੜਾ ਹੈ ਐਕਚੁਅਲੀ ਮੈਟਾਫੋਰਿਕ ਹੈ ਕਿ ਉਹ ਜਿਹੜਾ ਧੜ ਹੈ ਉਹਦਾ, ਬਾਦਸ਼ਾਹ ਨੇ ਉਹਨੂੰ ਆਪਣੇ ਪੁੱਤਰ ਨੂੰ ਧੜ ਵਿੱਚ ਰਿਡਿਊਸ ਕਰ ਦਿੱਤਾ ਸੀ। ਉਹਨੂੰ ਉਹਦੇ ਹੱਥ ਵੀ ਖੋਲੇ ਸੀ, ਉਹਦੇ ਪੈਰ ਵੀ ਖੋਲੇ ਸੀ। ਹੱਥ ਪੈਰ ਜਿਹੜੇ ਨੇ ਉਹ ਬੰਦੇ ਦੀ ਕੰਮ ਕਰਨ ਦੀ ਨਿਸ਼ਾਨੀ ਹੈ। ਜਿਹੜੇ ਹੱਥ ਨੇ ਉਹਦੇ ਨਾਲ ਉਹ ਕੰਮ ਕਰਦਾ ਹੈ, ਪੈਰਾਂ ਨਾਲ ਉਹ ਟੁਰਦਾ ਹੈ, ਨਾ ਕੰਮ ਕਰ ਸਕਦਾ ਹੈ, ਹੱਥ ਚਲਾ ਸਕਦਾ ਹੈ, ਨਾ ਪੈਰ ਚਲਾ ਸਕਦਾ ਹੈ, ਤੇ ਉਹ ਬਿਲਕੁਲ ਇੱਕ ਜਿਹੜਾ ਪੈਰਾਲਾਈਜ਼ਡ ਪਰਸਨ ਹੈ, ਕੁਛ ਕਰਨ ਜੋਗਾ ਨਹੀਂ ਹੈ।
ਤੇ ਉਹਨੂੰ ਦੁਬਾਰਾ ਰੀਬਰਥ ਦਿੰਦਾ ਹੈ ਉਹ। ਤੇ ਕਾਦਰ ਯਾਰ ਭਗਵਾਨ ਨੂੰ ਯਾਦ ਕੀਤਾ ਕਿ ਰੱਬ ਸੱਚਾ ਸਾਈਂ ਜਿਹੜਾ ਹੈ ਉਹ ਐਸ ਤੇ ਉਹਦੇ ਹੱਥ ਪੈਰ ਤੇ ਉਹਨੇ ਮੇਲ ਦਿੱਤੇ ਨੇ, ਹੱਥ ਪੈਰ ਮੇਲੇ। ਉਹ ਕਹਿੰਦਾ ਮੇਲੇ 2 ਦਫਾ ਆ ਗਿਆ ਕਿ ਸੱਚਾ ਸਾਈਂ ਇਹਦੇ ਜ਼ਖਮ ਵੀ ਮੇਲ ਦੇਵੇ, ਭਰ ਦੇਵੇ, ਜਿਹੜੇ 12 ਸਾਲ ਦੇ ਜਾਂ ਉਸ ਤੋਂ ਪਹਿਲੇ 12 ਸਾਲ ਦੇ 24 ਸਾਲ ਦੇ ਨੇ, ਉਹਦੇ ਜ਼ਖਮ ਵੀ ਜਿਹੜਾ ਰੱਬ ਜਿਹੜਾ ਹੈ ਪੂਰ ਦੇਵੇ, ਉਹਨਾਂ ਨੂੰ ਮੇਲ ਦੇਵੇ, ਭਰ ਦੇਵੇ। ਹਾਂਜੀ ਕਿਸ਼ੋਰ ਜੀ। अच्छा, ये अमरजीत साहब आज नहीं थे, पर मैं मसलन अगर एक मॉडर्न या रैशनल जिस तरह तुस आखने पे इंसान और इसकी इंटरप्रेट करा ते पहलू भी जेड़ा मिसरा इस्तेमाल होया सा कि हथ पैर आजाद करो, हुण भी ओ हथ पैर मेले। लोथ वो बनी गया, बुत खाली रह गया सा, पर हुण उसने हथ पैर मेलन गए। ते जरूरी नहीं कि तुसा इसकी ए इंटरप्रेट करो कि उसने हाथ या पैर वड्डण गए से, तुसा ये भी इंटरप्रेट करी सकने हो कि उन्हां दा काम खत्म हो गया, जिस तरह फालज नहीं होना, लकवा होना। और हुण किया कि जोगियां नाल तुसा ये मेडिसिन और एक मेडिकल वो भी एसोसिएट करने हो, तो बंदा ये भी इंटरप्रेट करी सकना कि बालनाथ उसकी कोई दवाई दी या कोई उसकी इस तरह बूटी आई कि उसने हाथ पैर ना काम वापस, उसने हाथ पैर मेली छोड़े या उसने हाथ पैर जान वापस पाईगी। मगर जेड़ी तुसा गल करने पे हो ना, उसने हाथ पैर वड्डण गए तो उसने प्यो आख्या जलाद की कि ओ वेरी ड्रामेटिक एंड ओ वर्जन में की ज्यादा पसंद आ। मगर ये इसकी इस तरह भी इंटरप्रेट करी बंदा करी सकना, क्योंकि ओ जेड़ा मिसरा आया उस विच ए गुंजाइश मौजूद थी। हाँ जी ਜੀ ਬਸ ਮੈਂ ਇੰਨੀ ਗੱਲ ਕਹਿਣੀ ਸੀ ਕਿ ਇਹਦੇ ਚ ਇੱਕ ਚੀਜ਼ ਮੈਨੂੰ ਸਿਗਨੀਫੀਕੈਂਟ ਲੱਗਦੀ ਪਈ ਉਹ ਹੀ ਹੈ ਸਾਡੀ ਕਲਾਸੀਕਲ ਸ਼ਾਇਰੀ ਦੇ ਵਿੱਚ ਸਾਈਂ ਦਾ ਕਿਰਦਾਰ, ਮੁਰਸ਼ਿਦ ਦਾ ਕਿਰਦਾਰ। ਜਿਵੇਂ ਬੁੱਲੇ ਸ਼ਾਹ ਹੁਸੈਨ ਤੇ ਇਹ ਸਾਰੇ ਲੋਕ ਸਾਈਂ ਤੋਂ ਬਗੈਰ ਕਹਿੰਦੇ ਨੇ ਕਿ ਜਿਵੇਂ ਤੁਸੀਂ ਕਿਹਾ ਕਿ ਸਾਈਂ ਤੋਂ ਬਗੈਰ ਕੁਝ ਵੀ ਨਹੀਂ ਗਾ। ਰਾਂਝਾ ਰਾਂਝਾ ਕਰਦੀ ਵੀ ਮੈਂ ਆਪੇ ਰਾਂਝਾ ਹੋਈ। ਰਾਂਝਾ ਜਿਹੜਾ ਉਹ ਵੀ ਹੀਰ ਦਾ ਸਾਈਂ ਹੈ, ਆਖੋ ਨਹੀਂ ਮੈਂ ਦੀਦੋ ਰਾਂਝਾ। ਤੇ ਇੱਥੇ ਉਹ ਇਹੀ ਕਹਿ ਰਿਹਾ ਕਿ ਬੁੱਲੇ ਸ਼ਾਹ ਹੁਸੈਨ ਚ ਵੀ ਵਾਰਿਸ ਸ਼ਾਹ ਨੇ ਵੀ ਹੀਰ ਦੇ ਵਿੱਚ ਕਿ ਤੁਸੀਂ ਮੇਰੇ ਸਾਈਂ ਪੀਰ ਮੀਆਂ। ਇੱਥੇ ਵੀ ਜਿਹੜਾ ਆਈ ਥਿੰਕ ਕਾਦਰ ਯਾਰ ਹਾਈਲਾਈਟ ਕਰਦਾ ਪਿਆ ਕਿ ਜ਼ਿੰਦਗੀ 'ਚ ਤੁਹਾਨੂੰ ਕੋਈ ਸਾਈਂ ਚਾਹੀਦਾ। ਉਹ ਸਾਈਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹਦੀ ਬਹੁਤ ਕੈਨਵਸ ਬਹੁਤ ਵਾਈਡ ਹੈ, ਜਿਵੇਂ ਤੁਸੀਂ ਤੇ ਡਾਕਟਰ ਸਾਹਿਬ ਨੇ ਸਾਨੂੰ ਪੜ੍ਹਾਇਆ। ਤੇ ਇੱਥੇ ਇਹ ਲਾਈਨ ਜਿਹੜੀ ਹੈ ਨਾ, ਹੱਥ ਪੈਰ ਮੇਲੇ ਗੁਰੂ ਉਸ ਵੇਲੇ, ਸੋ ਇਟਸ ਆਲ ਸਿੰਬੋਲਿਕ। ਸੋ ਸਾਈਂ ਤੁਹਾਨੂੰ ਜ਼ਿੰਦਗੀ ਚਾਹੀਦਾ ਜਿਹੜਾ ਤੁਹਾਨੂੰ ਰੀਕਨਸਟਰਕਟ ਕਰੇਗਾ। ਅਗਰ ਤੁਹਾਡੇ ਕੋਲ ਸਾਈਂ ਨਹੀਂ ਗਾ ਜਿਹੜਾ ਤੁਹਾਨੂੰ ਰੀਕਨਸਟਰਕਸ਼ਨ ਕਰ ਸਕੇ, ਫਿਰ ਤੁਹਾਡੀ ਰੀਕਨਸਟਰਕਸ਼ਨ ਨਹੀਂ ਹੋਏਗੀ, ਤੁਸੀਂ ਇਨਕੰਪਲੀਟ ਰਹੋਗੇ। ਦਿਸ ਇਜ਼ ਵੇਅਰ ਆਈ ਐਮ ਸਟਕ ਹੇਅਰ ਰਾਈਟ ਨਾਓ, ਇਸ ਲਾਈਨ ਤੇ ਕਿ ਉਹਦਾ ਆਪਸ ਚ ਜੋੜਨਾ ਫਿਜ਼ੀਕਲ ਨਹੀਂ ਗਾ, ਇਟ ਇਜ਼ ਸਪਿਰਿਚੁਅਲ ਇੰਪਲਾਈਜ਼ਡ ਹੈ ਸਾਰਾ। ਸੋ ਆਈ ਐਮ ਵੈਰੀ ਮਚ ਫੈਸੀਨੇਟਡ ਬਾਈ ਦਿਸ ਲਾਈਨ ਕਿ ਹੱਥ ਪੈਰ ਮੇਲੇ ਗੁਰੂ ਉਸ ਵੇਲੇ। ਬਸ ਮੈਂ ਨਾ ਕਹਿਣਾ ਸੀ। ਬਾਕੀ ਤੇ ਇੱਕ ਸਟੋਰੀ ਚੱਲਦੀ ਪਈ ਹੈ, ਉਹਦੇ 2 ਲੈਵਲ ਨੇ, ਇੱਕ ਫਿਜ਼ੀਕਲ ਇੱਕ ਮੈਟਾਫਿਜ਼ੀਕਲ ਹੈ। ਤੇ ਫਿਜ਼ੀਕਲ ਲੈਵਲ ਤੇ ਕਹਾਣੀ ਹੈ, ਮੈਟਾਫਿਜ਼ੀਕਲ ਲੈਵਲ ਤੇ ਸ਼ਾਇਰ ਮੇਰੇ ਖਿਆਲ ਜੋ ਕਹਿਣਾ ਚਾਹ ਰਿਹਾ ਉਹਦੀਆਂ ਅਸੀਂ ਪਰਤਾਂ ਖੋਲ੍ਹਣ ਬੈਠੇ ਹਾਂ। ਦੈਟਸ ਇਟ, ਥੈਂਕ ਯੂ। ਹਾਂਜੀ, ਹੋਰ ਕੋਈ ਸਾਹਿਬ? ਸਰ ਮੈਂ ਇੱਕੋ ਪੁਆਇੰਟ ਦੱਸਣਾ ਸੀ ਕਿ ਜਿਹੜੀ ਗੁਰਮੁਖੀ ਵਾਲੀ ਵਰਜਨ ਹੈ ਉਹਦੇ 'ਚ ਹੈ ਜੀ 2 ਲਾਈਨਾਂ ਜਿਹੜੀਆਂ, ਪੂਰਨ ਬਾਹਰ ਆਇਆ ਗੁਰੂ ਲੋਥ ਡਿੱਠੀ, ਜਿਵੇਂ ਕਾਇਲ ਕੀਤਾ ਸ਼ੇਰ ਵਿੱਚ ਬੇਲੇ। ਇਹ ਥੋੜੀ ਜਿਹੀ ਡਿਫਰੈਂਟ ਹੈ ਫਰੋਮ ਦੀ ਸ਼ਾਹਮੁਖੀ ਵਰਜਨ। ਜਿਵੇਂ ਕਾਇਲ ਕੀਤਾ ਸ਼ੇਰ ਵਿੱਚ ਬੇਲੇ, ਮਤਲਬ ਹੇਅਰ ਹੀ ਸੇਇੰਗ ਕਿ ਉਹ ਜਦੋਂ ਬਾਹਰ ਆਇਆ ਉਹ ਇਸ ਤਰ੍ਹਾਂ ਸੀ, ਗਾਇਲ ਕਰਨਾ ਹੁੰਦਾ ਜ਼ਖਮੀ ਕਰ ਦੇਣਾ। ਜਿਸ ਤਰ੍ਹਾਂ ਕੋਈ ਬੇਲੇ ਵਿੱਚ ਸ਼ੇਰ ਆਇਆ ਹੈ ਜ਼ਖਮੀ ਹੋ ਕੇ, ਜ਼ਖਮੀ ਸ਼ੇਰ ਹੈ ਉਹਨੂੰ ਸ਼ੇਰ ਬਣਾਤਾ ਉਹਨੇ ਪੂਰਨ ਨੂੰ, ਸ਼ਾਇਰ ਨੇ, ਕਿ ਉਹ ਸ਼ੇਰ ਹੈ ਲੇਕਿਨ ਥੋੜਾ ਜਿਹਾ ਜ਼ਖਮੀ ਹੋਇਆ ਹੈ ਤੇ ਉਹਦੇ ਜ਼ਖਮ ਠੀਕ ਹੋ ਜਾਣਗੇ ਫਿਰ ਸ਼ੇਰ ਹੋ ਜਾਏਗਾ। ਰਾਈਟ ਸਰ, ਠੀਕ ਹੈ ਸਰ।
हाँ जी अगे चलिए जी। ते लाम जी। लोथ गुरदास जी तुसी सुन रहे हो साडी गलबात? हाँ जी सुन रहे हैं। हाँ ए लाम पढ़ो, ये लाम वाला बन हाँ जी मैं पढ़ोगे पढ़ तुसी। देना, एक मिनट ठहरे। हाँ जी ਲਾਮ ਲੋਥ ਚੁਕਾ ਕੇ ਗੁਰੂ ਹੋਰਾਂ ਪੂਰਨ ਭਗਤ ਨੂੰ ਆਂਦਾ ਏ ਚੁੱਕ ਡੇਰੇ ਬੈਠ ਨਾਲ ਤਾਕੀਦ ਦੇ ਪਿੱਛਿਓਂ ਨੇ हाँ पुछियो ने ਪੁੱਛਿਓ ਨੇ ਕਿਹੜੇ ਸ਼ਹਿਰ ਨੇ ਲੜਕੀਆਂ ਘਰ ਤੇਰੇ ਕਿਸ ਦਾ ਪੁੱਤ ਤੇ ਕਿਹਦੇ ਹੈ ਨਾਉ ਤੇਰਾ ਕਿਉਂ ਖੋਲ ਪਾਇਆ ਵੱਡੇ ਹੱਥ ਤੇਰੇ ਕਾਦਰ ਯਾਰ ਸੁਣਾਉਂਦਾ ਗੁਰੂ ਤਾਈਂ ਰੱਬ ਜਾਂਦਾ ਜੋ ਬਣੀ ਨਾਲ ਤੇਰੇ। हाँ लाम लोथ चुका के गुरु होरां पूरन भगत नु आंदा है नाल डेरे बैठ नाल तकीद ते पुछियो ने केड़े शहर ने लड़किया लग रहा मनु घर तेरे की नाम है तेरा किदा पुत है तू किस खूह पाया वड हथ तेरे कादर यार सुनावंदा गुरां ताई रब जानदा वरती जो नाल मेरे। लाम लोथ हाँ लाम लोथ चुका के गुरु होरा पूरन भगत नु आंदा है नाल डेरे। हथ पैर जोड़ दिते ने लेकिन पता नहीं अजे चालन दे मैं जोगा नहीं होया या जो भी है ते ओनू उस तरह ही चुक के ओ हुण गोरखनाथ दा जेड़ा टिल्ला जोगी है उत्थे ओ लैके आ गए ने हुण। बैठ नाल ताकीद ते पुछियो ने केड़े शहर ने लड़किया ते बहुत ही साडा लड़का हुण अज दा 21वीं सदी दा लफज है 20वीं सदी दा। की नाम है तेरा किदा पुत है तू किस खूह पाया वड हथ तेरे कादर शार सुनांदा गुरु ताई रब जानदा वरती जो नाल मेरे। ਇਹਦੇ ਸਾਫ਼ ਹੀ ਹੈ, ਇਹਦੇ ਚ ਕੋਈ ਮੇਰਾ ਹੈ ਨਹੀਂ ਗੱਲ। ਤੁਸੀਂ ਕਰ ਲਓ ਜੇ ਕੋਈ ਗੱਲ ਕਰਨਾ ਚਾਹੁੰਦੇ ਹੋ। ਇਹ ਤੇ ਜੋ ਲਿਖਿਆ ਹੈ ਉਹੀ ਮੋਰੇ ਆਇਆ ਹੈ ਨਾ, ਉਹ ਤੇ ਪੁੱਛ ਕਰਦੇ ਆ ਵੀ ਤੂੰ ਕਿੱਥੋਂ ਦਾ ਆ। ਹਾਂ ਉਸ ਜ਼ਮਾਨੇ ਦਾ ਇਹ ਰੀਤ ਰਿਵਾਜ ਹੁੰਦਾ ਸੀ ਕਿ ਜਦੋਂ ਲੋਕੀ ਕਿਸੇ ਥਾਂ ਨਵੀਂ ਥਾਂ ਆਉਂਦੇ ਸਨ ਤੇ ਪਹਿਲਾ ਸਵਾਲ ਇਹੀ ਕਰਦੇ ਸਨ ਪਿੰਡਾਂ ਥਾਵਾਂ 'ਚ ਕਿ ਤੇਰੇ ਸਾਈਂ ਕੌਣ ਹੈ ਤੇ ਕਿਸ ਥਾਂ ਦਾ ਹੈ ਤੇ ਕਿਸ ਨਾਂ ਦਾ ਹੈ ਤੂੰ, ਕਿਸ ਪਿੰਡ ਦਾ ਹੈ ਤੂੰ। ਇਹ ਰਿਕਰਿੰਗ ਲਾਈਨਸ ਹੈਗੀਆਂ ਨੇ ਸਾਰੀ ਕਲਾਸੀਕਲ ਪੋਇਟਰੀ। ਵਾਰਿਸ ਸ਼ਾਹ 'ਚ ਵੀ ਤੁਸੀਂ ਡਾਕਟਰ ਸਾਹਿਬ ਨੂੰ ਯਾਦ ਹੋਣਾ ਕਿ ਉਹ ਹੀਰ ਦਾ ਜਿਹੜਾ ਪਿਓ ਸਵਾਲ ਹੀ ਕਰਦਾ ਤੇ ਕੌਣ ਪੁੱਤ ਹੈ, ਕੌਣ ਸਾਈਂ ਤੇਰੇ ਤੇ ਕੀ ਤੇਰੇ ਨਾਲ ਕੀ ਹੋਈ, ਉਹੀ ਬਿਪਤਾ ਚੱਲਦੀ ਪਈ ਹੈ। ਪਰ ਆਈ ਥਿੰਕ ਇਹਦੇ 'ਚ ਜਿਹੜਾ ਫਿਲੋਸੋਫੀਕਲ ਸਟ੍ਰੇਨ ਹੈ ਉਹ ਇਹੀ ਹੈ ਕਿ ਤੁਹਾਡੀ ਜਿਹੜੀ ਐਂਟੀਟੀ ਹੈ ਇੱਕੋ ਹੁੰਦੀ ਹੈ ਜਿਹੜੀ ਜਗਤ ਬਣਾਉਂਦਾ ਹੈ ਤੇ ਇੱਕੋ ਹੁੰਦੀ ਹੈ ਜਿਹੜੀ ਤੁਸੀਂ ਆਪ ਕ੍ਰੀਏਟ ਕਰਦੇ ਹੋ। ਤੇ ਆਈ ਥਿੰਕ ਉਹ ਕੰਟਰਾਸਟ ਬਾਰ ਫਿਲੋਸੋਫੀਕਲ ਪੋਇਟਰੀ ਬਾਰ ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਬੁੱਲਿਆ ਕੀ ਜਾਣਾ ਮੈਂ ਕੌਣ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ। ਆਈ ਥਿੰਕ ਉਹ ਜਿਹੜਾ ਰਿਕਰਿੰਗ ਫਿਲੋਸੋਫੀਕਲ ਥੀਮ ਹੈ ਸਾਡੀ ਕਲਾਸੀਕਲ ਪੋਇਟਰੀ ਦਾ, ਐਂਡ ਇਟ ਇਜ਼ ਯੂਨੀਵਰਸਲ, ਇਟ ਵਿਲ ਨੈਵਰ ਬੀ ਰਿਜ਼ੋਲਵਡ, ਇਟ ਕੈਨ ਨਾਟ ਬੀ ਰਿਜ਼ੋਲਵਡ ਕਿਉਂਕਿ there is a struggle between a physical, metaphysical, material, spiritual, etc. ਇਹ ਚੱਲਦੀ ਰਹਿਣੀ ਹੈ। ਲੇਕਿਨ ਹਰ ਇਨਸਾਨ ਨੂੰ ਸੋਚਣ ਤੇ ਮਜਬੂਰ ਜ਼ਰੂਰ ਕਰਦੀ ਹੈ ਆਪਣੇ ਆਪ ਨੂੰ ਪੁੱਛਣ ਤੇ ਕਿ ਤੂੰ ਕੌਣ ਹੈ ਜਾਂ ਮੈਂ ਕੌਣ ਹਾਂ। ਸੋ ਆਈ ਥਿੰਕ that's recurring theme ਔਰ ਇੱਕ ਕਲਾਸੀਕਲ ਪੋਇਟਰੀ ਦਾ ਚੱਲਦਾ ਪਿਆ ਔਰ ਵਾਕਈ it's very deep। ਆਈ ਥਿੰਕ ਜਿਹੜੀ ਤੁਸੀਂ ਗੱਲ ਕੀ ਹੁਣ ਵੀ ਇਹੀ ਚੱਲਦਾ, ਜਦ ਕਿਸੇ ਨਾਲ ਗੱਲ-ਗੁੱਲ ਹੁੰਦੀ ਹੈ ਪਹਿਲਾਂ ਪੁੱਛਦੇ ਪਿੱਛੋਂ ਕਿੱਥੋਂ ਆ ਤੁਸੀਂ, ਕਿਹੜੇ ਪਿੰਡ ਤੇ ਕਿਹੜੇ ਸ਼ਹਿਰ ਦੇ, ਭਾਵੇਂ ਇੱਥੋਂ ਦੇ ਰਹਿੰਦੇ ਹੋਣ। ਜਾਣ ਪਛਾਣ ਤੁਹਾਡੀ ਬਰਾਦਰੀ ਆਮ ਤੌਰ ਤੇ ਉਹ ਇੱਕੋ ਹੀ ਸਵਾਲ ਪੁੱਛਦੇ ਨੇ। ਜਦੋਂ ਕੋਈ ਬੰਦਾ ਆਂਦਾ ਹੈ ਅਜਨਬੀ, ਤੂੰ ਬਈ ਤੂੰ ਕੌਣ ਹੋਣਾ ਹੈ,
ਅੱਛਾ, ਉਹ ਨਾ ਉਹਦਾ ਨਾਂ ਪੁੱਛਦੇ ਨੇ, ਨਾ ਪੁੱਛਦੇ ਨੇ ਉਹਦਾ ਪਿਓ ਦਾ ਨਾਂ ਪੁੱਛਦੇ ਨੇ। ਉਹਦੇ 2-3 ਚੀਜ਼ਾਂ ਦੇ ਜਵਾਬ ਉਹਨੇ ਮਸਟ ਦੇਣੇ ਨੇ। ਇੱਕ ਤੇ ਉਹਨੇ ਆਪਣੇ ਪਿਓ ਦਾ ਨਾਂ ਦੇਣਾ, ਆਪਣੇ ਨਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈਗਾ ਉਹ ਕਿਹਦਾ ਪੁੱਤਰ ਹੈ ਉਹ, ਤੇ ਸੈਕੰਡ ਹੈ ਕਿ ਉਹਦੀ ਜ਼ਾਤ ਕੀ ਹੈ, ਕਹਿੰਦਾ ਤੁਸੀਂ ਕੌਣ ਹੁੰਦੇ ਹੋ। ਬਿਲਕੁਲ ਸਹੀ। ਆਮ ਤੌਰ ਤੇ ਅਸੀਂ ਇਹ ਸਵਾਲ ਕਰਨੇ ਆ। ਹਾਂਜੀ ਈਸ਼ਵਰ ਜੀ, ਤੁਸੀਂ ਬੋਲਣਾ ਚਾਹ ਰਹੇ ਹੋ? ਜਦੋਂ ਅਸੀਂ ਨਿੱਕੇ ਹੁੰਦੇ ਪਿੰਡ ਜਾਂਦੇ ਸੀ ਨਾ, ਤੇ ਉਹ ਚੂੰਕਿ ਬੱਚੇ ਹੁੰਦੇ ਸੀ ਤੇ ਵੱਡਿਆਂ ਨੂੰ ਜਿਹੜੇ ਦੂਰ ਦਰਾਜ ਦੇ ਹੈ ਨੇ ਤਾਏ ਵਗੈਰਾ, ਉਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਕਿਹਨਾਂ ਦੇ ਬੱਚੇ ਨੇ, ਤੇ ਉਹ ਜਿਹੜੀਆਂ ਵੱਡੀਆਂ ਬੀਬੀਆਂ ਸਨ ਨਾ, ਉਹ ਬੁਲਾ ਕੇ ਪੁੱਛਦੀਆਂ ਸਨ ਕਿ ਪੁੱਤਰ ਕਿਹਦਾ ਪੁੱਤ ਹੈ, ਦੱਸੀਦਾ ਸੀ ਕਿ ਫਲਾਣੇ ਦਾ। ਹਲਾ ਫਿਰ ਉਹਨਾਂ ਪਿਆਰ ਦੇਣਾ ਕਰਨਾ, ਮਤਲਬ ਇਹ ਤੇ ਇੱਕ ਟ੍ਰੈਡੀਸ਼ਨ ਹੈ ਨਾ, ਉਸੇ ਤਰ੍ਹਾਂ ਹੀ ਹਾਂ। ਅੱਛਾ, ਕੈਸੀ ਜ਼ਬਰਦਸਤ ਗੱਲ ਹੈ। ਇਟਸ ਅ ਯੂਨੀਵਰਸਲ ਕੁਐਸਚਨ। ਮੈਂ ਇੱਥੇ ਕਈ ਅਮਰੀਕਨ ਵੈਸਟਰਨ ਫਿਲਮਾਂ ਦੇਖੀਆਂ ਨੇ 70-80 ਸਾਲ ਪੁਰਾਣੀਆਂ, ਬਲੈਕ ਐਂਡ ਵਾਈਟ ਵੈਸਟਰਨ, ਜਿਹਦੇ ਚ ਕਾਊਬॉय ਸਟਾਰ ਦਿਖਾਉਂਦੇ ਨੇ ਪੁਰਾਣੇ ਪਿੰਡਾਂ। ਉੱਥੇ ਵੀ ਚੁੱਕੇ ਜਿਹੜੀ ਐਵੋਲੂਸ਼ਨ ਹੈ ਤੇ ਵੈਸਟਰਨ ਹੀ ਹੈ ਨਾ, ਐਗਰੇਰੀਅਨ ਤੋਂ ਇੰਡਸਟਰੀਅਲ ਤੇ ਪੋਸਟ ਇੰਡਸਟਰੀਅਲ। ਤੇ ਉਦੋਂ ਵੀ ਦਿਖਾਉਂਦੇ ਸਨ ਘੋੜੇ ਤੇ ਕੋਈ ਆਉਂਦਾ ਸੀ ਨਾ ਨਵੇਂ ਪਿੰਡ ਦੇ, ਤੇ ਪਹਿਲਾ ਸਵਾਲ ਇਹ ਕਰਦਾ ਸੀ, ਤੂੰ ਕੌਣ ਹੈ? Who's your dad? Who's your dad? ਕਿਉਂਕਿ ਕਮਿਊਨੀਕੇਸ਼ਨ ਜਿਹੜੀ ਸੀ ਉਹ ਲਿਮਿਟਿਡ ਘੋੜਿਆਂ ਤੇ ਸੀ, ਤੇ ਕੋਈ ਜਿਹੜੀ ਪਹੁੰਚ ਸੀ ਉਹ ਬਹੁਤ ਜ਼ਿਆਦਾ ਦੂਰ ਤੱਕ ਨਹੀਂ ਸੀ ਹੁੰਦੀ ਲੋਕਾਂ ਦੀ। ਉਹ 50-100 ਮੇਬੀ 20-25 ਮੀਲ ਦੇ ਰੇਡੀਅਸ ਚ ਦੂਜੇ ਬੰਦੇ ਨੂੰ ਜਾਣਦੇ ਸਨ, ਤੇ ਇੰਨੀ ਕਮਿਊਨੀਕੇਸ਼ਨ ਸੀ ਆਮ ਬੰਦੇ ਦੀ। ਸੋ it's a universal human question. ਬਸ ਇਹ ਮਿੱਕੀ ਨਾ, ਇਹ ਗੱਲ ਤੁਸੀਂ ਕਰ ਰਹੇ ਹੋ ਤੇ ਮਿੱਕੀ ਖਿਆਲ ਆਇਆ ਕਿ ਇਹ ਸਵਾਲ ਕੋਈ ਹੋਰ ਪੁੱਛੇ ਨਾ, ਤੂੰ ਕੌਣ ਹੈ, ਤੇ ਇਸ ਨਾਲ ਮਤਲਬ ਬਿਲਕੁਲ ਫਰਕ ਹੋਣਾ। ਤੁਸੀਂ ਆਪਣਾ ਬਾਪ ਪਿਓ ਦਾਦਾ ਉਸ ਨਾਲ ਤਾਰੁਫ ਕਰਾਣੇ ਹੋ, ਕਿਹੜੇ ਗ੍ਰਾਂ ਸੋ ਆਏ ਹੋ, ਕਿਹੜੇ ਜ਼ਿਲ੍ਹੇ ਨੇ ਉਹ ਬਤਾਣੇ ਹੋ। ਤੇ ਇਹ ਸਵਾਲ ਤੁਸੀਂ ਆਪਣੇ ਆਪੋ ਇੱਕ ਕੋਲੋਂ ਪੁੱਛੋ ਨਾ, ਤੂੰ ਕੌਣ ਹੈ, ਤੇ ਬਿਲਕੁਲ ਫਰਕ ਉਸ ਸਵਾਲ ਨੀ ਇੱਕ ਟਿੰਟ ਹੋਏਗਾ। ਇੱਕ ਹੀ ਸਵਾਲ ਆ, ਤੂੰ ਕੌਣ ਹੈ, ਪਰ ਉਹੀ ਆਈਡੈਂਟਿਟੀ ਨਹੀਂ ਬਾਤ ਜਿਹੜੀ ਹੋਣੀ ਪਈ ਕਿ ਆਪਣੀ ਆਈਡੈਂਟਿਟੀ ਜਦੋਂ ਤੁਸੀਂ ਇਹ ਸਵਾਲ ਕਰਨਾ ਸ਼ੁਰੂ ਕਰਨੇ ਹੋ, ਤੇ ਤੁਸੀਂ ਫਿਰ ਆਪਣੀ ਆਈਡੈਂਟਿਟੀ ਲੱਭਣੇ ਦੀ ਕੋਸ਼ਿਸ਼ ਕਰਨੇ ਪਿਓ ਨਾ। ਜੇ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਫਿਲੋਸੋਫੀਕਲ ਹੈ ਕਿ ਤੂੰ ਕੌਣ ਹੈ। ਸ਼ੀਸ਼ੇ 'ਚ ਤੁਸੀਂ ਦੇਖ ਕੇ ਕਹਿੰਦੇ ਤੂੰ ਕੌਣ ਹੈ। ਬੜੀਆਂ ਵੈਨ ਗੌਫ ਦਾ ਪੋਰਟਰੇਟ ਹੈਗਾ ਇੱਕ ਬੜਾ, ਉਹ ਜਦੋਂ ਵੈਨ ਗੌਫ ਦਾ ਸੈਲਫ ਪੋਰਟਰੇਟ ਹੈ, ਤੇ ਉਹ ਕਹਿੰਦੇ ਨੇ ਉਹ ਜਿਹੜੀ ਫਿਲਮ ਬਣਾਈ ਹੈ ਉਹਨੇ, ਨਾਈਟ ਆਫ ਦਾ ਜਨਰਲਸ, ਪੀਟਰ ਓਟੂਲ ਹੈ, ਉਹ ਪੈਰਿਸ ਦੇ ਉੱਤੇ ਜਦੋਂ ਪੈਰਿਸ ਫਤਿਹ ਕਰ ਲੈਂਦਾ, ਤੇ ਉਹ ਬਾਈ ਚਾਂਸ ਹੀ ਉਸ ਘਰ 'ਚ ਚਲਾ ਜਾਂਦਾ ਜਿੱਥੇ ਉਹ ਸੈਲਫ ਪੋਰਟਰੇਟ ਲੱਗਾ ਹੈ ਉਹਦਾ, ਵੈਨ ਗੌਫ ਦਾ। ਉਹ ਜਨਰਲ ਦੇਖਦਾ ਤੇ ਉਹਨੂੰ ਉਲਟੀਆਂ ਕਰਦਾ, ਤੇ ਬੜੀ ਮੁਸ਼ਕਲ ਨਾਲ ਪੌੜੀਆਂ ਉਤਰ ਕੇ ਥੱਲੇ ਆਂਦਾ, ਤੇ ਕਹਿੰਦਾ ਬਰਨ ਦਿਸ ਹਾਊਸ। ਸਿਰਫ ਪੋਰਟਰੇਟ ਦੀ ਵਜ੍ਹਾ ਨਾਲ ਕਹਿੰਦਾ ਕਿ ਅੱਗ ਲਾ ਦਿਓ ਇਸ ਘਰ ਨੂੰ। ਐਂਟੀ ਦੱਸਿਆ ਕਿ ਆਰਟ ਜਿਹੜੀ ਬੰਦੇ ਤੇ ਇੰਨਾ ਅਸਰ ਕਰਦੀ ਹੈ, ਔਰ ਉਹ ਕਹਿੰਦਾ ਇਹਨੂੰ ਸਾੜ ਦਿਓ, ਮੈਂ ਨਹੀਂ ਦੇਖ ਸਕਦਾ ਪੋਰਟਰੇਟ ਉਹਦਾ। ਡਾਕਟਰ ਸਾਹਿਬ, ਪਿਕਚਰ ਆਫ ਡੋਰੀਅਨ ਗ੍ਰੇ। ਹਾਂ ਉਹ ਵੀ ਹੈ, ਜ਼ਬਰਦਸਤ। ਅੱਛਾ, ਇਹ ਫਿਲਮ ਕਿਹੜੀ, ਮੈਂ ਦੱਸਣਾ ਜ਼ਰਾ। ਇਹ ਨੈਟਫਲਿਕਸ ਤੇ ਪਈ ਹੈ, ਨਾਈਟ ਆਫ ਦਾ ਜਨਰਲਸ, ਪੀਟਰ ਓਟੂਲ, ਹਾਲੀਵੁੱਡ ਦਾ ਬਹੁਤ ਅਜ਼ੀਮ। ਹਾਂ, ਪੁਰਾਣਾ ਹਾਂਜੀ, 60s ਦੀ ਮੂਵੀ ਹੋਣੀ ਮਸਟ ਬੀ। ਹਾਂ, ਲਾਰੈਂਸ ਆਫ ਅਰੇਬੀਆ ਚ ਵੀ ਸੀ। ਹਾਂਜੀ ਅੱਗੇ ਚਲੀਏ। ਅੱਛਾ ਜੀ, ਅੱਜ ਅਗਲਾ ਬੰਦ ਪੜੀਏ, ਤੁਸੀਂ ਜਾਣਾ ਵੀ ਹੈਗਾ। ਹਾਂਜੀ, ਆਪਣਾ ਕੌਣ ਪੜੇਗਾ? ਮੈਂ ਨਾ ਪੜ ਲੈਣਾ ਅਗਲਾ। ਹਾਂ ਚਲੋ ਜੀ, ਅਸੀਂ ਦੁਬਾਰਾ ਅਲਫ ਤੇ ਆ ਗਏ। ਅਲਫ ਆਖ ਦਾ ਸ਼ਹਿਰ ਉਹਨੂੰ ਦੱਸਦਾ ਪਿਆ, ਸਵਾਲ ਦਾ ਜਵਾਬ ਦੇ ਰਿਹਾ। ਅਲਫ ਆਖ ਦਾ ਸ਼ਹਿਰ ਉਜੈਨ ਸਾਡਾ। ਇਹ ਉਜੈਨ ਹੈ ਕਿ ਉਜੀਨ ਹੈ ਜ਼ੁਬੈਰ ਸਾਹਿਬ? ਉਜੈਨ ਹੈ ਜੀ, ਉਜੈਨ। ਸ਼ਹਿਰ ਦਾ ਨਾਮ ਉਜੈਨ। It's very much there also now. It's a big city. ਕਿੱਥੇ? ਹਾਂਜੀ। ਇਹ ਕਿੱਥੇ ਹੈਗਾ?
I think somewhere I've never been Madhya Pradesh central provinces. अच्छा हाँ न्यू जी, फॉर मी अच्छा हो गया अच्छा इट्स अ सिटी yeah, ਲੇਕਿਨ it's a big city. ਇੱਥੇ ਉਹ ਸਿਆਲਕੋਟ ਚ ਹੈਗਾ। Right, ठीक है sir. ਪਿੱਛਾ ਦੱਸਦਾ ਮੈਂ ਸੋਚਣਾ ਪਿਆ ਸਾਂ ਕਿ ਅਗਰ ਉਹ ਕਹਿ ਰਿਹਾ ਕਿ ਸ਼ਹਿਰ ਉਜੈਨ ਹੈ ਤੇ ਉਹ ਤੇ ਸਿਆਲਕੋਟ ਜਗ੍ਹਾ ਸੀ ਤੇ ਉਜੈਨ ਫਿਰ ਕਿੱਥੇ ਹੋਇਆ ਸਿਆਲਕੋਟ ਦਾ ਦੂਜਾ ਨਾ ਉਜੈਨ ਹੈ ਫਿਰ ਨਹੀਂ ਉਹ ਪਿੱਛਾ ਦੱਸਦਾ ਆਪਣਾ ਕਿੱਥੋਂ ਉੱਠ ਕੇ ਆਏ ਆ। ਹਾਂਜੀ ਇਸ ਮੁਲਕ ਆਇਆ ਸਾਡਾ ਬਾਪ ਦਾਦਾ ਉਹ ਦੱਸਣਾ ਅੱਛਾ। ਪਿਆ ਜੈਨ ਸੂ ਅਲਫ ਸਿਆਲਕੋਟ ਆਖ ਦਾ ਸ਼ਹਿਰ ਠੀਕ ਅਲਫ ਆਖ ਦਾ ਸ਼ਹਿਰ ਉਜੈਨ ਸਾਡਾ ਰਾਜਾ ਬਕਰ ਮਜੀਦ ਦੀ ਵੱਲ ਹਾਂਜੀ ਅੱਛਾ ਅੱਛਾ ਠੀਕ ਹੋ ਗਿਆ ਬਿਕਰ ਵਜੀਦ ਐਸ ਮੁਲਕ ਆਇਆ ਸਾਡਾ ਬਾਪ ਦਾਦਾ ਸਿਆਲਕੋਟ ਬੈਠੇ ਹੁਣ ਮਲ ਹਾਂਜੀ ਪੂਰਨ ਨਾਉ ਤੇ ਪੁੱਤਰ ਸਲਵਾਨ ਦਾ ਮੈਂ ਜਿਸ ਵੱਢ ਕੇ ਸਟਿਆ ਡਲ ਹਾਂਜੀ ਵਾਹ ਕਾਦਰ ਯਾਰ ਜੇ ਆਪਣਾ ਆਪ ਦੱਸੋ ਅੱਗੇ ਤੁਸਾਂ ਸੁਣਾਵਦਾ ਗੱਲ ਹਾਂਜੀ ਵਾਹ ਇਹ ਹੁਣ ਫਸਟ ਟਾਈਮ ਉਹਦਾ ਜਿਹੜਾ ਇੰਟਰੋਡਕਸ਼ਨ ਹੋਇਆ ਔਰ ਅਸੀਂ ਜਦੋਂ ਪਹਿਲੀ ਦਫਾ ਚੇਲਿਆਂ ਨੇ ਉਹਨੂੰ ਖੂਹ ਦੇ ਵਿੱਚ ਵੇਖਿਆ ਸੀ ਤੇ ਉਹ ਕਹਿੰਦੇ ਸੀ ਇਹ ਬੁੱਤ ਹੈ ਕਿ ਕੋਈ ਆਦਮੀ ਹੈ ਜਾਂ ਕੋਈ ਸਾਇਆ ਹੈ ਇਹ ਕੀ ਹੈ ਤੇ ਉਥੋਂ ਉਹ ਟਰੈਵਲ ਕਰਕੇ ਹੁਣ ਉਹ ਇੱਥੇ ਜਾ ਕੇ ਹੁਣ ਉਹਨੂੰ ਡੇਰੇ ਲੈ ਆਇਆ ਉਹਦੇ ਹੱਥ ਪੈਰ ਜੋੜ ਦਿੱਤੇ ਨੇ ਉਹ ਆਦਮੀ ਦੇ ਰੂਪ ਵਿੱਚ ਵਾਪਸ ਆ ਗਿਆ ਹੁਣ ਪਹਿਲੀ ਦਫਾ ਉਹ ਆਪਣੀ ਪਹਿਚਾਨ ਕਰਾ ਰਿਹਾ ਹੈ ਕਿ ਮੈਂ ਜਿਹੜਾ ਹੈ ਉਜੈਨ ਸ਼ਹਿਰ ਦਾ ਵਾਂ ਰਾਜਾ ਬਕਰਮਾਜੀਤ ਦੀ ਵੱਲ ਹਾਂ ਜੀ ਵੱਲ ਮਾਨੇ ਵੇਲ ਉਹਦਾ ਆਫ ਸਪਰਿੰਗ ਆ ਉਹਦੀ ਔਲਾਦ ਵਿੱਚੋਂ ਆ ਉਹ ਮੇਰੇ ਵਡਕਿਆਂ ਚੋਂ ਨੇ ਉਹਨਾਂ ਦੀ ਕੰਟੀਨਿਊਟੀ ਚੋਂ ਆ ਰਾਜਾ ਬਕਰਮਾਜੀਤ ਅਸੀਂ ਸਾਰੇ ਜਾਣਦੇ ਆ ਕਿ ਉਹ ਜਿਹੜਾ ਇਸ ਵੇਲੇ ਇੱਕ ਕੈਲੰਡਰ ਚੱਲ ਰਿਹਾ ਸਾਡਾ ਵੈਸੇ ਤੇ ਹੈਗਾ 2025 ਲੇਕਿਨ ਉਹ ਕੋਈ 40 ਸਾਲ ਅੱਗੇ ਨੇ ਇਹ ਜਿਹੜਾ ਉਹ ਸਾਡੇ ਤੋਂ ਔਰ ਉਹ ਲਿਖਿਆ ਜਾਂਦਾ ਹੈ ਦੇਸੀ ਮਹੀਨਿਆਂ ਨਾਲ ਲਿਖਿਆ ਜਾਂਦਾ ਹੈ ਜਿਸ ਤਰ੍ਹਾਂ ਹੁਣ ਅੱਸੂ 31 ਜਿਹੜਾ ਅੱਸੂ ਮੇਰੇ ਹਾਲ ਮੁੱਕ ਗਿਆ ਅੱਸੂ 31 ਦਾ ਵੀ ਐਂਡ ਹੈ ਫਿਰ ਮੱਘਰ ਆਏਗਾ ਹੁਣ ਮੱਘਰ ਦੀ ਕੋਈ ਮੱਘਰ ਦੀ ਕੋਈ ਡੇਟ ਹੋਏਗੀ ਮਾਘ ਵੀ ਕਹਿੰਦੇ ਨੇ ਉਹਨੂੰ ਤੇ ਉਹ ਬਕਰਮਾਜੀਤ ਉਹਦੇ ਸਨ ਲਿਖਿਆ ਜਾਏਗਾ ਇਸ ਮੁਲਕ ਆਇਆ ਸਾਡਾ ਬਾਪ ਦਾਦਾ ਸਿਆਲਕੋਟ ਬੈਠੇ ਆ ਹੁਣ ਮਲ ਹਾਂ ਜੀ ਮਲ ਬੜਾ ਇੰਟਰਸਟਿੰਗ ਹੈ ਕਿਉਂਕਿ ਮਲ ਦਾ ਮਤਲਬ ਹੁੰਦਾ ਹੈ ਅਕੋਪਾਈ ਕਰਨਾ ਮਲ ਮਾਰਨਾ ਪੰਜਾਬੀ 'ਚ ਬੜਾ ਆਮ ਵਰਤਿਆ ਜਾਂਦਾ ਲਫ਼ਜ਼ ਹੈ ਮਲ ਮਾਰਨਾ ਤੇ ਅਸੀਂ ਹੁਣ ਸਿਆਲਕੋਟ ਦੇ ਉੱਤੇ ਮਲ ਮਾਰ ਕੇ ਬੈਠੇ ਹੋਏ ਆ ਮਲ ਮਲਿਆ ਹੈ ਅਸੀਂ ਉਸ ਸ਼ਹਿਰ ਨੂੰ ਇਹ ਨਹੀਂ ਕਹਿ ਰਹੇ ਕਿ ਅਸੀਂ ਉੱਥੇ ਆਬਾਦ ਹੋਏ ਹਾਂ ਮਲ ਹਾਜੀ ਪੂਰਨ ਨਾਉ ਤੇ ਪੁੱਤਰ ਸਲਵਾਨ ਦਾ ਮੈਂ ਜਿਸ ਵੱਢ ਕੇ ਸੁੱਟਿਆ ਡਲ ਹਾਂ ਜੀ ਡਲ ਉਸ ਪਾਣੀ ਨੂੰ ਕਹਿੰਦੇ ਨੇ ਜਿਹੜਾ ਕਿਸੇ ਡੂੰਗੀ ਥਾਂ ਹੋਵੇ ਝੀਲ ਨੂੰ ਵੀ ਸੁਣਿਆ ਹੋਣਾ ਤੁਸੀਂ ਬਹੁਤ ਡੂੰਗੀ ਕੋਈ ਝੀਲ ਹੋਵੇ ਉਹਨੂੰ ਵੀ ਡਲ ਕਹਿੰਦੇ ਨੇ ਸ਼ਾਇਦ ਕਸ਼ਮੀਰ 'ਚ ਇੱਕ ਝੀਲ ਦਾ ਨਾਮ ਹੀ ਡਲ ਹੈ श्रीनगर सर ਹਾਂਜੀ श्रीनगर ਹਾਂ श्रीनगर ਹਾਂਜੀ ਹਾਂਜੀ ਤੇ ਡੂੰਗਾ ਪਾਣੀ ਕਾਦਰ ਯਾਰ ਜੇ ਆਪਣਾ ਆਪ ਦੱਸੋ ਅੱਗੇ ਤੁਸਾਂ ਸੁਣਾਉਂਦਾ ਗੱਲ ਹੈ ਜੀ ਇੰਟਰਸਟਿੰਗ ਗੱਲ ਹੈ ਕਿ ਅਜੇ ਤੱਕ ਉਹਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਗੋਰਖਨਾਥ ਜਿਹੜਾ ਹੈ ਕੌਣ ਹੈ ਇਹਦੇ ਵਿੱਚ ਥੋੜਾ ਜਿਹਾ ਇੱਕ ਇੰਟਰਸਟਿੰਗ ਇਹ ਹੈਗਾ ਕਿ ਉਹਦੇ ਹੱਥ ਪੈਰ ਤੇ ਉਹਨੇ ਮੇਲ ਦਿੱਤੇ ਨੇ ਪੂਰਨ ਦੇ ਲੇਕਿਨ ਫਿਰ ਵੀ ਉਹਨੂੰ ਨਹੀਂ ਪਤਾ ਚੱਲਿਆ ਕਿ ਇਹ ਕੌਣ ਹੈ ਹੁਣ ਇਹਦੇ ਵਿੱਚ ਕੀ ਗੱਲ ਹੈ ਇੱਕ ਨੇ ਇਹ ਤੇ ਉਹਨੂੰ ਪਤਾ ਲੱਗ ਗਿਆ ਕਿ ਹੈ ਕੋਈ ਹਸਤੀ ਹੈ ਕੋਈ ਗੁਰੂ ਟਾਈਪ ਚੀਜ਼ ਹੈ ये जुबैर साहब विक्रमाजीत ना कोई इंट्रोडक्शन तुसां कोल थया ये तो मिगी समझ आ गया कि 20वीं सदी सो 57 साल पहलू ना उसना ईयर चलना पिया पर एंशिएंट इंडिया होया ना
ਮੈਂ ਉਹ ਕਰ ਨਹੀਂ ਸਕਿਆ, ਅਗਲੀ ਦਫਾ ਤੁਹਾਨੂੰ ਦੱਸਾਂਗਾ। ਮੈਂ ਹੈ ਤੇ ਉਹ ਬਾਦਸ਼ਾਹ ਹੀ ਸੀ। ਅਦੀਅਤ ਜੀ ਤੁਹਾਨੂੰ ਹੈ ਕੋਈ ਬਕਰ ਮਜੀਦ ਦਾ? ਸਰ ਮੈਂ ਲੱਭ ਕੇ ਗਰੁੱਪ ਚ ਪਾ ਦਾਂਗਾ ਜੀ। ਮਤਲਬ ਉਹ ਬੇਸਿਕਲੀ ਤਾਂ ਤੁਸੀਂ ਠੀਕ ਕਹਿ ਰਹੇ ਹੋ ਕਿ ਸਾਡਾ ਜਿਹੜਾ ਟ੍ਰੈਡੀਸ਼ਨਲ ਕੈਲੰਡਰ ਹੈ ਉਹਨਾਂ ਤੋਂ ਹੀ ਚੱਲਦਾ ਹੈਗਾ, ਤੇ ਉਹ ਹਿਸਟਰੀ ਚੈੱਕ ਕਰ ਦਾਂਗਾ। ਬਾਦਸ਼ਾਹ ਸੀ ਉਹ। ਹਾਂਜੀ ਔਰ ਇਸ ਹਿਸਾਬ ਨਾਲ ਤੇ ਉਹ ਤਕਰੀਬਨ 1000 ਸਾਲ ਕਬਲ ਮਸੀਹ ਦੇ ਵਿੱਚ ਆਂਦਾ ਹੈ ਉਹ, ਬਿਫੋਰ ਕ੍ਰਾਈਸਟ। ਤੇ ਮੇਰਾ ਖਿਆਲ ਹੈ ਚੰਦਰਗੁਪਤ ਮੌਰੀਆ ਦਾ ਪੀਰੀਅਡ ਨਾ ਹੋਵੇ, ਇਫ ਆਈ ਐਮ ਨਾਟ ਰੋਂਗ। ਚੰਦਰਗੁਪਤ ਮੌਰੀਆ ਦਾ ਮੈਨੂੰ ਐਵੇਂ ਖਿਆਲ ਜਿਹਾ ਆ ਰਿਹਾ ਕਿ ਸ਼ਾਇਦ ਉਸ ਵੇਲੇ ਦਾ ਬਾਦਸ਼ਾਹ ਸੀ ਉਹ। ਚੰਦਰਗੁਪਤ ਮੇਰਾ ਖਿਆਲ ਪਹਿਲਾਂ ਆਇਆ ਸੀ। ਇਹ ਜਿਹੜਾ ਚੰਦਰਗੁਪਤ ਪਹਿਲਾਂ ਆਇਆ ਸੀ ਤੇ ਚੰਦਰਗੁਪਤ ਅਸਲੀ ਜਿਹਦਾ ਹਿਸਟੋਰੀਕਲ ਹੈਗਾ ਹੈ ਨਾ, ਜਿਹੜਾ ਵਿਕਰਮਾਦਿੱਤ ਮਿਥਿਕਲ ਕਿੰਗ ਹੈ ਜਿੱਦਾਂ। ਅੱਛਾ, ਮਿਥੋਲੋਜੀ ਦਾ ਜਿੱਦਾਂ। ਠੀਕ। ਪਰ ਇਹ ਬੜੀ ਇੰਟਰਸਟਿੰਗ ਗੱਲ ਹੀ ਕਿ ਇਹ ਕਾਦਰ ਯਾਰ ਜਿਹੜਾ ਹੈ ਨਾ, ਪੂਰਨ ਜੀਨੀਓਲੋਜੀ ਜਾਂ ਉਸਨੀ ਜਿਹੜੀ ਉਹ ਅੱਪਰ ਬਕਰਮਾਜੀਤ ਨਾਲ ਜੋੜਨਾ ਪਿਆ ਕਿ ਇਹ ਪੂਰਨ ਜਿਹੜਾ ਆ ਉਹ ਬਕਰਮਾਜੀਤ ਨੀ ਆਲ ਔਲਾਦ ਸੁਥਿਆ। ਸੋ ਉਹ ਵਿਕਰਮਾ ਇਹੋ ਹੀ ਗੱਲ ਆ ਗਈ ਨਾ ਜਿਹੜੀ ਅਸੀਂ ਕਰਨੇ ਪਏ ਸਾਂ ਕਿ ਤੁਸੀਂ ਦੱਸਣਾ ਹੈ ਕਿ ਤੁਸੀਂ ਪਿੱਛੋਂ ਕਿੰਨਾ ਨੂੰ ਜੁੜਦੇ ਹੋ। ਉਹ ਕਿਉਂਕਿ ਬਾਦਸ਼ਾਹ ਤੇ ਉਹ ਬਾਦਸ਼ਾਹ ਨਾਲ ਜੋੜਦਾ ਪਿਆ ਆਪਣੇ ਆਪ ਨੂੰ। ਅੱਛਾ, ਇਹ ਚੰਦਰਗੁਪਤ ਮੌਰੀਆ ਦਾ ਟਾਈਟਲ ਸੀ ਬਿਕਰਮਾਜੀਤ? ਨਹੀਂ ਚੰਦਰਗੁਪਤ ਹੋ ਰਿਹਾ, ਉਹਦੀ ਉਹ ਵੈਰੀਫਿਕੇਸ਼ਨ ਉਹਦੀ ਹੋਈ ਉਹ ਹਨਾ। ਇਹ ਗੱਲ ਨਹੀਂ ਅਸੀਂ ਕੀਤੀ, ਤੁਸੀਂ ਇੱਧਰ ਉਹ ਨਾ ਕਰੋ। ਲੇਕਿਨ ਹੈਗਾ ਵਿਕਰਮਾਜੀਤ ਜਿਹੜਾ ਹੈ, ਜਦੋਂ ਉਹ ਕਹਿੰਦਾ ਮੈਂ ਬਿਕਰਮਾਜੀਤ ਦਾ ਉਸ ਇਲਾਕੇ ਦਾ ਹਾਂ, ਉਹਦੇ ਆਫਸਪ੍ਰਿੰਗ ਆ, ਉਹਦੀ ਕੰਟੀਨਿਊਟੀ ਆ, ਮੈਂ ਉਹਦੀ ਆਲ ਔਲਾਦ ਵਿੱਚੋਂ ਆ, ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਕਹਿਣਾ ਚਾਹੋ ਪੰਜਾਬੀ ਦੇ ਵਿੱਚ। ਇਹ ਤਾਂ ਇੱਕਦਮ ਜਿਹੜੇ ਕਿੱਸਾ ਸੁਣਨ ਵਾਲੇ ਨੇ ਇੱਕਦਮ ਉਹਨੂੰ ਰਜਿਸਟਰ ਕਰਨਗੇ, ਕਿਉਂਕਿ ਉਹ ਇੰਨਾ ਕਾਮਨ ਨਾਂ ਹੈ ਵਿਕਰਮਾਜੀਤ। ਸਾਡੀ ਹਿਸਟਰੀ ਦੇ ਵਿੱਚ ਹਰ ਬੰਦਾ ਉਹਨੂੰ ਜਾਣਦਾ ਹੈਗਾ। ਬਲਕਿ ਇਸ ਵੇਲੇ ਜਿਹੜੇ ਸਾਡੇ ਦੇਸੀ ਤਰੀਕਾਂ ਨੂੰ ਫਾਲੋ ਕਰਦੇ ਨੇ ਮੁਸਲਿਮ ਪੰਜਾਬ ਵਿੱਚ, ਉਹ ਵੀ ਜਾਣਦੇ ਨੇ ਬਿਕਰਮਾਜੀਤ ਨੂੰ। ਕਿ ਜਿਹੜੇ 80-31 ਨੂੰ ਫਾਲੋ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਉਸ ਦੇ ਹਿਸਾਬ ਨਾਲ ਕਿਹੜਾ ਸਾਲ ਜਾ ਰਿਹਾ, ਕਿਹੜਾ ਸਾਡਾ ਜਿਹੜਾ, ਤੇ ਉਹ ਇੱਕਦਮ ਉਹਨੂੰ ਰਿਕਗਨਾਈਜ਼ ਕਰਨਗੇ ਕਿ ਬਹੁਤ ਹੀ ਕੋਈ ਮਸ਼ਹੂਰ ਜਿਹੜਾ ਹੈ ਬਾਦਸ਼ਾਹ ਜਿਹੜਾ ਹੈ, ਉਹਦੀ ਕੰਟੀਨਿਊਟੀ ਹੈ, ਉਹਦੀ ਔਲਾਦ ਵਿੱਚੋਂ ਹੈ। ਵਲ ਦਾ ਮਤਲਬ ਹੈ ਵੇਲ, ਔਲਾਦ। ਜਸਟ ਫॉर ਮਾਈ ਪਰਸਨਲ ਨੌਲੇਜ ਇਨਫੋਰਮੇਸ਼ਨ ਕਿ ਵੇਲ ਦਾ ਮਤਲਬ ਉਹੀ ਜਿਹੜੀ ਜਿਹਨੂੰ ਅਸੀਂ ਸ਼ਾਖ ਕਹਿੰਦੇ ਆ ਕਿ ਮੈਂ ਉਹਦੀ ਸ਼ਾਖ ਹਾਂ। ਵੇਲ ਸ਼ਾਖ ਨਹੀਂ ਹੁੰਦੀ, ਵੇਲ ਇੱਕ ਪਲਾਂਟ ਹੁੰਦਾ ਜਿਹੜਾ ਅੱਗੇ ਵੱਧਦਾ ਜਾਂਦਾ। ਅੱਛਾ, ਜਿਹਨੂੰ ਉਰਦੂ ਵਿੱਚ ਬੇਲ ਕਹਿੰਦੇ ਨੇ, ਜਿਹਨੂੰ ਬੇਲ ਕਹਿੰਦੇ। ਹਾਂ, ਜਿਹਨੂੰ ਬੇਲ, ਜਿਹੜਾ ਬੇਲ ਕਹਿੰਦੇ। ਅੱਛਾ, ਠੀਕ ਆਈ ਗੈਟ ਇਟ। ਹਾਂ ਠੀਕ। ਉਹ ਵੀ ਕਹਿ ਦਿੰਦੇ ਬੇਲ ਤੁਹਾਡੀ ਵੱਧਦੀ ਰਵੇ, ਵੱਧਦੀ ਜਾਵੇ। ਜੇ ਕਿਸੇ ਨੇ ਚੰਗੀ ਗੱਲ ਕਹਿਣੀ ਕਿਸੇ ਨੂੰ, ਸਹੀ ਨਹੀਂ। ਇੰਗਲਿਸ਼ ਵਰਡ ਹੈ ਕ੍ਰੀਪਰ। ਹਾਂ, ਬਸ ਉਹੀ। ਹਾਂ ਜੀ, ਆਖਰੀ ਪੜ੍ਹ ਕੇ ਤੇ ਅਸੀਂ ਖਤਮ ਕਰ ਦਿੰਦੇ ਆ ਆਪਣਾ। ਡਾਕਟਰ ਲੇਜ਼ੀਆ ਜੀ, ਤੁਸੀਂ ਵੀ ਇੱਥੇ ਬਿਕਰਮਾਜੀਤ ਦਾ ਇੰਟਰੋ ਕੱਢਿਆ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਸੁਣਾਉਂਦੀ ਹਾਂ। ਹਾਂ, ਸੁਣਾ ਦਿਓ। ਹਾਂ, ਬਿਕਰਮਾਜੀਤ ਪੰਜਾਬ ਦੇ ਇਲਾਕੇ ਦਾ ਇੱਕ ਪੁਰਾਣਾ ਗੁੱਜਰ ਬਾਦਸ਼ਾਹ ਸੀ। ਕਬਲ ਮਸੀਹ 102 ਤੋਂ 15 ਈਸਵੀ ਤੱਕ। ਉਹ ਆਪਣੇ ਇਲਮ ਤੇ ਬਹਾਦਰੀ ਵਿੱਚ ਮਸ਼ਹੂਰ ਸੀ। ਉਹਦੀ ਨਿਸਬਤ ਨਾਲ ਬਾਅਦ ਵਿੱਚ ਦੂਜੇ ਬਹੁਤ ਸਾਰੇ ਬਾਦਸ਼ਾਹ ਨੇ ਲਕਬ ਇਖਤਿਆਰ ਕੀਤਾ। ਰਾਜਾ ਬਿਕਰਮਾਜੀਤ ਦਾ ਜ਼ਮਾਨਾ ਪਹਿਲੀ ਸਦੀ ਕਬਲ ਮਸੀਹ ਦਾ ਹੈ। ਸੰਨ 57 ਕਬਲ ਮਸੀਹ ਵਿੱਚ ਦੇਸੀ ਬਿਕਰਮੀ ਕੈਲੰਡਰ ਦਾ ਮੁੱਢ ਰੱਖਣ ਦਾ ਸਿਹਰਾ ਵੀ ਉਹਦੇ ਸਿਰ ਹੈ।
ਬਿਕਰਮਾਜੀਤ ਇੱਕ ਲਕਬ ਹੈ ਜੋ ਤਾਰੀਖ ਕਦੀਮ ਦੇ ਨਾਮਵਰ ਹੁਕਮਰਾਨਾਂ ਨੇ ਆਪਣੀ ਸ਼ਾਨੋ ਸ਼ੌਕਤ ਦੇ ਇਜ਼ਹਾਰ ਲਈ ਇਖਤਿਆਰ ਕੀਤਾ ਸੀ। ਗੁਪਤ ਖਾਨਦਾਨ ਵਿੱਚ ਚੰਦਰਗੁਪਤ ਬਿਕਰਮਾਜੀਤ ਤੋਂ ਇਲਾਵਾ ਉਹਦਾ ਪੋਤਾ ਪੁਰੋ ਗੁਪਤਾ ਵੀ ਆਪਣੇ ਆਪ ਨੂੰ ਵਿਕਰਮਦੱਤ ਕਹਿਲਾਉਂਦਾ ਸੀ ਤੇ ਏਦਾਂ ਉਹਦੇ ਅਹਿਦ ਦੇ ਸਿੱਕਿਆਂ ਤੋਂ ਵੀ ਜ਼ਾਹਿਰ ਆ। ਔਰ ਇਸ ਤਰ੍ਹਾਂ ਕਰਕੇ ਇਹ ਜਿਹੜਾ ਨਾ ਬਿਕਰਮਾਜੀਤ ਉਹੀ ਹੈ ਜਿਹਦੇ ਪੁੱਤਰ ਸ਼ਿਲਾਦਿਤਿਆ ਪ੍ਰਤਾਪਸ਼ੀਲ ਨੂੰ ਸ੍ਰੀਨਗਰ ਸ਼ਹਿਰ ਦੇ ਬਾਨੀ ਰਾਜਾ ਪਰਵਰ ਸੇਨ ਨੇ ਉਜੈਨ ਜਾ ਕੇ ਸ਼ਿਕਸਤ ਦਿੱਤੀ ਸੀ। ਵਾਹ, ਠੀਕ ਹੈ। ਥੈਂਕ ਯੂ। ਰਿਕਾਰਡ ਹੋ ਗਿਆ ਬਾਈ ਦਾ ਵੇ, ਸੁਣਨਾ ਹੈਗਾ ਵਾਪਸ ਇੱਥੇ ਆ ਜਾਣਾ। ਹਾਂ ਚੱਲ ਅੱਗੇ बढ़ते ਚਲਿਏ ਕਿ ਜੀ। ਹਾਂ ਜੀ, ਇਹ ਜਿਹੜੇ ਨੌਜਵਾਨ ਨੇ ਨਾ ਸਾਡੇ ਨੌਜਵਾਨ ਸ਼ਹਿਜ਼ਾਦੇ ਵੀ ਤੇ ਸ਼ਹਿਜ਼ਾਦੀਆਂ ਵੀ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੀ ਥੋੜਾ ਜਿਹਾ ਹੈ ਜਿਨ੍ਹਾਂ ਨੂੰ ਮਸ, ਉਹ ਸਾਡੇ ਬੜੇ ਕੰਮ ਆਉਂਦੇ ਨੇ ਇਹੋ ਜਿਹੀਆਂ ਚੀਜ਼ਾਂ 'ਚ ਰੈਫਰੈਂਸ ਲੱਭ ਲੈਂਦੇ ਨੇ। ਹਾਂ ਜੀ, ਤੁਸੀਂ ਪੜ੍ਹੋ ਫਿਰ ਸ਼ਹਿਜ਼ਾਦੀ ਜੀ, ਤੁਸੀਂ ਪੜ੍ਹੋ ਹੈ ਇਹ ਯਾਦ ਕਰ ਚੇਲਿਆਂ ਕਿਆ ਕੋਲੋਂ। ये याद कर चेलियां क्या कोलों गुरु बाल गुंदाई दा बख्शहारा कुछ मंग लै बेपरानिया ओए टिल्ले वाला ए साईं दा संत भारा इदा जोग दरगाह मंजूर होया मत्था टेकदा जग जहान सारा कादिर यार फकीरां दी गल सुन के पूरन पवे पैरी होए मिन्नतदारा। ਵਾਹ ਜੀ ਵਾਹ, ਕਮਾਲ ਹੈ, ਕਮਾਲ ਬੰਦ ਹੈ ਜੀ। ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿ ਗੋਰਖਨਾਥ ਕੌਣ ਹੈ। ਇਹ ਯਾਦ ਕਰ ਚੇਲ, ਹੁਣ ਜਦੋਂ ਉਹਨੇ ਕਿਹਾ ਨਾ ਗੋਰਖਨਾਥ ਨੂੰ ਕਿ ਜੀ ਤੁਸੀਂ ਕੌਣ ਹੋ, ਤੁਸੀਂ ਆਪਣਾ ਤਾਰਫ ਕਰਾਓ, ਤੇ ਚੇਲਿਆਂ ਨੂੰ ਇਹ ਗੱਲ ਅੱਛੀ ਨਹੀਂ ਲੱਗੀ। ਕਹਿੰਦੇ ਓਏ ਤੂੰ ਕੌਣ ਹੋਣਾ, ਸਿੱਧਾ ਹੀ ਗੁਰੂ ਨੂੰ ਪੁੱਛ ਲਿਆ, ਤੈਨੂੰ ਪਤਾ ਹੀ ਨਹੀਂ ਗੁਰੂ ਕੌਣ ਹੈਗਾ ਸਾਡਾ। ਤੇ ਥੋੜਾ ਜਿਹਾ ਉਹਨਾਂ ਨੂੰ ਲੱਗਾ ਹੈਗਾ ਕਿ ਸ਼ਾਇਦ ਇਹ ਗੁਸਤਾਖੀ ਕਰ ਰਿਹਾ, ਤੇ ਕਹਿੰਦੇ ਇਹ ਯਾਦ ਕਰ ਚੇਲਿਆ ਕਿਆ ਕੋਲੋਂ ਗੁਰੂ ਬਾਲ ਗੁੰਦਾਈ ਦਾ ਬਖਸ਼ਹਾਰਾ। ਗੁੰਦਾਈ ਜਿਹੜਾ ਹੈ ਇਹ ਕੋਈ ਵੀ ਐਮੀਨੈਂਟ ਕੋਈ ਜਿਹੜਾ ਹੈ, ਇਹ ਥੱਲੇ ਲਿਖਿਆ ਵੀ ਹੈ ਗੁੰਦਾਈ ਟੇਲੇ ਦੇ ਨਾਥ ਦਾ ਲਕਬ ਜਾਪਦਾ ਹੈ, ਜਿਵੇਂ ਹੀਰ ਦਮੂਦਰ ਵਿੱਚ ਸੱਤ ਪਗਾਈ ਹੈ। ਗੁੰਦਾਈ ਜਿਹੜਾ ਹੈ ਕੋਈ ਸੇਂਟ ਕਿਸਮ ਦਾ ਐਮੀਨੈਂਟ ਜਿਹੜਾ ਗੁਰੂ ਹੈ, ਦਾ ਬਖਸ਼ਹਾਰਾ ਬਖਸ਼ਣ ਵਾਲਾ ਹੈ, ਜਿਹਨੂੰ ਬਖਸ਼ਿਸ਼ ਹੈ, ਬਰਕਤ ਵਿੱਚੋਂ ਹਿੱਸਾ ਹੈ ਜਿਹਨੂੰ। ਕੁਝ ਮੰਗ ਲੈ ਬੇਪਰਾਨੀਆਂ ਓਏ, ਪਰਾਨ ਉਹ ਹੁੰਦਾ ਹੈ ਜਿਹਦਾ ਤਾਕਤਵਰ ਹੋਵੇ, ਔਰ ਬੇਪਰਾਨ ਜਿਹਦੀ ਕੋਈ ਤਾਕਤ ਨਾ ਹੋਵੇ, ਸਖਤ ਨਾ ਹੋਵੇ। ਟਿੱਲੇ ਵਾਲਾ ਹੈ ਸਾਈਂ ਦਾ ਸੰਤ ਭਾਰਾ, ਇਹਦਾ ਜੋਗ ਦਰਗਾਹ ਮਨਜ਼ੂਰ ਹੋਇਆ ਮੱਥਾ ਟੇਕਦਾ ਜਗ ਜਹਾਨ ਸਾਰਾ। ਇਹ ਟਿੱਲਾ ਜੋਗੀਆਂ ਦੀ ਗੱਲ ਹੋ ਰਹੀ ਹੈ, ਸਾਰਾ ਜਹਾਨ ਇੱਥੇ ਆ ਕੇ ਮੱਥਾ ਟੇਕਦਾ ਹੈ, ਔਰ ਇਹਦਾ ਜੋਗ ਜਿਹੜਾ ਹੈ ਦਰਗਾਹ ਰੱਬ ਦੇ ਵਿੱਚ ਰੱਬ ਨੇ ਜਾਂ ਸਾਈਂ ਨੇ ਮਨਜ਼ੂਰ ਕੀਤਾ ਹੋਇਆ ਹੈ। ਕਾਦਰ ਯਾਰ ਫਕੀਰਾਂ ਦੀ ਗੱਲ ਸੁਣ ਕੇ ਪੂਰਨ ਪਵੇ ਪੈਰੀ ਹੋਏ ਮਿੰਤ ਦਾਰਾ। ਅਹਿਸਾਨਮੰਦ ਜਿਹੜਾ ਹੈ, ਅਹਿਸਾਨਮੰਦ ਹੋ ਗਿਆ ਉਹਦਾ, ਮਿੰਨਤ ਕਰਨਾ ਹੁੰਦਾ, ਰਿਕੁਐਸਟ ਕਰਨਾ, ਬੜਾ ਰਿਕੁਐਸਟਿੰਗ ਪੋਸਚਰ ਦੇ ਵਿੱਚ ਚਲਾ ਗਿਆ, ਸਬਮਿਸ਼ਨ ਦੇ ਵਿੱਚ ਚਲਾ ਗਿਆ, ਔਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਕਿਹੜੀ ਜਗ੍ਹਾ ਆਇਆ ਵਾਂ। ਬੜੀ ਇਹ ਜਿਹੜੀ ਥੋੜੀ ਜਿਹੀ ਹੈਰਾਨੀ ਵਾਲੀ ਗੱਲ ਹੈ ਕਿ ਉਹਦੇ ਅੰਦਰ ਇਹ ਰਿਸਪੈਕਟ ਜਿਹੜੀ ਹੈ ਇਹ ਇੱਕਦਮ ਪੈਦਾ ਹੋਈ ਹੈ ਪੂਰਨ ਭਗਤ ਦੇ ਅੰਦਰ। ਨਾ ਉਹ ਚੇਲਾ ਹੈ ਗੋਰਖਨਾਥ ਦਾ, ਨਾ ਉਹਨੇ ਕਦੀ ਇਹਦਾ ਨਾਂ ਸੁਣਿਆ ਹੋਏਗਾ, ਨਾ ਉਹਦੀ ਕੋਈ ਕੰਟੀਨਿਊਟੀ ਹੈ। ਉਹ ਰਾਜੇ ਦੇ ਮਹਿਲ ਵਿੱਚ ਪੈਦਾ ਹੋਇਆ ਹੈ, 12 ਸਾਲ ਭੋਰੇ ਰਿਹਾ, ਫਿਰ ਖੂਚ ਰਿਹਾ, ਇੱਥੇ ਲੈ ਕੇ ਆਏ ਨੇ ਇੱਕਦਮ ਉਹਦਾ ਜਿਹੜਾ ਉਹ ਆਪਣੇ ਆਪ ਨੂੰ ਕਮਿਊਨੀਕੇਟਿੰਗ, ਔਰ ਲੱਗਦਾ ਜਿਵੇਂ ਕੋਈ ਇੱਕ ਦੂਸਰੇ ਨੂੰ ਜਾਣਦੇ ਨੇ, ਔਰ ਇੱਕ ਉਹਨਾਂ ਦਾ ਰਿਲੇਸ਼ਨਸ਼ਿਪ ਇੱਕਦਮ ਡਿਵੈਲਪ ਹੋ ਗਿਆ। ਤੋ ਸਰ ਮੇਰੀ ਜਿਹੜੀ ਗੁਰਮੁਖੀ ਵਾਲੀ ਵਰਜਨ ਹੈ ਉਹਦੇ 'ਚ ਹੈਗਾ ਕੁਛ ਮੰਗ ਲੈ ਬੇਪਰਵਾਹਿਆਂ ਤੋਂ,
So ਬੇਪਰਾਨੀਆਂ ਨਹੀਂ ਬੇਪਰਵਾਹਾਂ ਹੈ, so somebody who is not concerned or worried, slight ਹਾਂ difference from ਬੇਪਰਵਾਹ ਵੀ ਸੋਹਣਾ ਹੈ, ਕਿਉਂਕਿ ਜਿਹੜਾ ਸਾਈਂ ਹੈ, ਜਿਹੜਾ ਰੱਬ ਹੈ, ਉਹਨੂੰ ਬੇਪਰਵਾਹ ਵੀ ਕਿਹਾ ਜਾਂਦਾ ਹੈ। ਹਾਂਜੀ ਸਰ। ਨਿਊ ਲਾ ਲਿਆ ਬੇਪਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਸੁਣੀ ਕਾਫੀ ਇਹ ਨਾ ਕਿਹਨਾਂ ਦੀ ਹੈ ਸਰ? ਮੇਰੇ ਹਾਲ ਬੁੱਲੇ ਸ਼ਾਹ ਦੀ ਹੈ। ਓਕੇ। ਹਾਂ, ਨਿਊ ਲਾ ਲਿਆ, ਕਮਿਟਮੈਂਟ ਮੈਂ ਕਰ ਲਈ ਬੇਪਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਬੇਪਰਵਾਹ ਹੈ ਲੇਕਿਨ ਦੀਨ ਦੁਨੀ ਦਾ ਸ਼ਾਹ ਹੈ। ਕੈਸੀ ਲਾਈਨ ਹੈ? So what is ਦੀਨ ਦੁਨੀ ਸਰ? ਦੀਨ ਦਾ ਦੀਨ ਮਤਲਬ ਰਿਲੀਜਨ, ਰਾਈਟ। ਤੇ ਦੁਨੀਆ ਤੁਹਾਨੂੰ ਪਤਾ ਹੀ। ਜ਼ੁਬੈਰ ਸਾਹਿਬ ਪੀਰ ਮਹਿਰ ਅਲੀ ਸ਼ਾਹ ਦੀ ਹੈ ਕਾਫੀ। ਅੱਛਾ ਅੱਛਾ ਅੱਛਾ, ਠੀਕ ਹੈ। ਸੌਰੀ ਸ਼ਾਹ ਹੁਸੈਨ ਦਾ ਮਨ ਅਟਕਿਆ ਬੇਪਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਇਹ ਸ਼ਾਹ ਹੁਸੈਨ ਦਾ ਹੈ। ਸ਼ਾਹ ਹੁਸੈਨ ਮਹਿਰ ਅਲੀ ਸ਼ਾਹ ਹੁਸੈਨ। ਹਾਂ ਚਲੋ, ਮੈਨੂੰ ਸ਼ੱਕ ਸੀ ਜਾਂ ਸ਼ਾਹ ਹੁਸੈਨ ਦੀ ਹੈ ਜਾਂ ਬੁੱਲੇ ਸ਼ਾਹ ਦੀ ਹੈ। ਤੋ ਬੇਪਰਵਾਹ ਵੀ ਜਿਹੜਾ ਲਫ਼ਜ਼ ਸੋਹਣਾ ਹੈ, ਉਹ ਨੇ ਸ਼ਾਹ ਹੁਸੈਨ ਨੇ ਕਈ ਕਾਫੀਆਂ 'ਚ ਬੇਪਰਵਾਹ ਦਾ ਨਾਂ ਆਉਂਦਾ ਉਹਦਾ। ਆਪਣੇ ਜਿਹੜਾ ਸਾਈਂ ਹੈ, ਸਾਈਂ ਬੇਪਰਵਾਹ। ਮੈਂਡੀ ਲਾਜ ਤੈਂ ਪਰ ਆਈ, ਕਾਫੀ ਵਾਰ ਵਰਤਿਆ ਗਿਆ ਸ਼ਾਹ ਹੁਸੈਨ ਦਾ। ਅੱਛਾ, ਜਿਹੜਾ ਇਹਦਾ ਆਖਰੀ ਲਾਈਨ ਹੈ, ਪੂਰਨ ਪਵੇ ਪੈਰੀ ਹੋਏ ਮਿੰਤਦਾਰਾ, ਮਤਲਬ ਏਦਾਂ ਲੱਗਦਾ ਜਿਵੇਂ ਨਾ ਉਹ ਇੱਕ ਇੰਨਾ ਲੰਬਾ ਇੱਕ ਚਿੱਲਾ ਕੱਟਣ ਤੋਂ ਬਾਅਦ ਪੂਰਨ ਇਜ਼ ਮਤਲਬ ਡੈਡੀਕੇਟਡਲੀ ਨੀਡਿੰਗ ਕਿ ਕਿਸੇ ਦੇ ਅੱਗੇ ਝੁਕੇ, ਕਿਸੇ ਨੂੰ ਆਪਣਾ ਮੁਰਸ਼ਦ ਮੰਨੇ, ਕੋਈ ਉਹਨੂੰ ਗਾਈਡ ਕਰੇ। ਉਹ ਇੱਕ ਲਾਈਨ ਵਿੱਚ ਉਹ ਪੂਰਾ ਜਿਹੜਾ ਨਾ ਉਹ ਸਮੋ ਗਿਆ। ਹਾਂ, ਅੱਗੇ ਜਾ ਕੇ ਨਾ ਉਹ ਗੋਰਖਨਾਥ ਐਕਨੋਲਜ ਕਰੇਗਾ ਕਿ ਜਿਹੜੀਆਂ ਤੂੰ 12 ਸਾਲ ਕੱਟੇ ਨੇ, ਉਹ ਸਾਰਾ ਜਿਹੜਾ ਤੇਰਾ ਜਿਹੜਾ ਹੈ, ਤੇਰੀ ਤਪੱਸਿਆ ਹੈ। ਔਰ ਉਹਨੂੰ ਫਿਰ ਉਹ ਟਾਈਟਲ ਦੇ ਦੇਗਾ ਭਗਤ ਦਾ ਟਾਈਟਲ ਦੇਗਾ ਨਾ। ਪੂਰਨ ਸਲਵਾਨ ਜਿਹੜਾ ਉਹਦਾ ਪੁੱਤਰ ਹੈਗਾ, ਉਹਦੇ ਬਾਅਦ ਫਿਰ ਉਹ ਪੂਰਨ ਭਗਤ ਬਣੇਗਾ। ਫਿਰ ਐਂਡ ਤੱਕ ਭਗਤ ਹੀ ਰਹੇਗਾ, ਵਿਆਹ ਨਹੀਂ ਕਰੇਗਾ। ਔਰ ਜੰਮਣ ਤੋਂ ਲੈ ਕੇ ਉਹਦਾ ਜਿੰਨਾ ਚਿੱਲਾ ਉਹਨੇ ਕੱਟਿਆ ਨਾ, ਉਹ ਵਿਦਆਊਟ ਮੁਰਸ਼ਦ ਹੈ। ਇੱਥੇ ਆ ਕੇ ਉਹਨੂੰ ਪਹਿਲੀ ਵਾਰੀ ਮਾਸਟਰ ਮਿਲਿਆ ਜਿਹੜਾ ਉਹਨੂੰ ਟ੍ਰੇਨ ਕਰੇਗਾ। ਹਾਂਜੀ। ਤੋ ਸਰ ਜਿਹੜੇ ਬਾਲਨਾਥ ਜੋਗੀ ਸੀ, ਉਹ ਗੋਰਖਨਾਥ ਦੇ ਚੇਲੇ ਸੀ ਜਾਂ ਉਹ ਕੌਣ ਸੀ ਸਰ? ਸਰ ਜੀ ਇਹਦਾ ਨਾ ਬੜਾ ਕਨਫਿਊਜ਼ਨ ਹੈਗਾ। ਗੋਰਖਨਾਥ ਉਹ ਕਹਿੰਦੇ ਨੇ 26 ਹੋਏ ਨੇ। ਠੀਕ ਹੈ ਸਰ। ਤੇ ਬਾਲਨਾਥ ਜਿਹੜਾ ਹੈ ਉਹ ਹੈ ਜ਼ਾਹਰ ਹੈ, ਉਹ ਤੇ ਉਹਦੇ ਬਾਅਦ ਹੀ ਆਏਗਾ ਨਾ। ਗੋਰਖਤਾ ਦਾ ਮਤਲਬ ਪਹਿਲਾ ਵੱਡਾ ਦਾ ਮਾਸਟਰ। ਓਕੇ, ਰਾਈਟ ਸਰ। ਤੇ ਗੋਰਖਨਾਥ, ਨਾਥ ਦਾ ਬਾਲਨਾਥ ਮੈਨੇ ਨਾਥ ਦਾ ਬਾਲ, ਰਾਈਟ। ਤੇ ਯਾਨੀ ਕਿ ਉਹਦੇ ਤੋਂ ਸੈਕੰਡ ਹੈ। ਤੇ ਜਿਹੜਾ ਵਾਰਿਸ ਸ਼ਾਹ ਨੇ ਹੀਰ ਮੁਕੰਮਲ ਕੀਤੀ ਸੀ 1766-67 ਦੇ ਵਿੱਚ, ਤੇ ਉਸ ਵੇਲੇ ਵੀ ਟਿੱਲਾ ਜੋਗੀਆਂ ਜਿਉਂਦਾ ਸੀ ਔਰ ਆਬਾਦ ਸੀ। ਜੋਗ ਲੋਕੀ ਲੈ ਰਹੇ ਸਨ, ਉੱਥੇ ਲੈਣ ਜਾ ਰਹੇ ਸਨ, ਜਾਂਦੇ ਸਨ, ਔਰ ਆਪਣਾ ਸਾਰਾ ਉਹਨਾਂ ਦੇ ਜਿਹੜੇ ਸੀ ਉਹਨਾਂ ਦੀ ਰਿਚੁਅਲਸ ਵਗੈਰਾ ਕਰਦੇ ਸੀ, ਜਿਹੜੀ ਤਪੱਸਿਆ ਸੀ, ਉਹ ਜੋ ਵੀ ਉਹ ਬੈਠਦੇ ਸਨ, ਉਹ ਮੌਜੂਦ ਹੈਗਾ ਸੀ। ਉਹ ਇਹ ਜਿਹੜਾ ਪੀਰੀਅਡ ਹੈ, ਇਹ ਬਹੁਤ ਅਰਲੀ ਪੀਰੀਅਡ ਹੈ। ਤਕਰੀਬਨ ਤੁਸੀਂ ਸਮਝ ਲਓ ਕੋਈ 1000 ਸਾਲ ਤੋਂ ਜ਼ਿਆਦਾ ਦਾ ਫਰਕ ਹੈ ਪੂਰਨ ਭਗਤ ਦਾ ਤੇ ਰਾਂਝੇ ਦਾ। ਠੀਕ ਹੈ ਸਰ। ਰਾਂਝਾ ਤੇ ਆਪ ਗਿਆ ਸੀ। ਹਾਂਜੀ, ਮੈਂ ਇਹ ਗੱਲ ਸੋਚਣੀ ਪਈ ਸੀ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਗ੍ਰਾਂ ਜਾਂ ਕਿਸੇ ਪੰਡਾਲ ਵਿੱਚ ਬੈਠੇ ਹੋ ਤੇ ਅੱਗੋਂ ਇਹ ਨਜ਼ਮ ਜਿਹੜੀ ਹੈ ਜਾਂ ਇਹ ਜਿਹੜਾ ਕਲਾਮ ਆ, ਇਹ ਕੋਈ ਤੁਸੀਂ ਕੀ ਪੜ੍ਹੀ ਤੇ
ਸੁਣਾਉਣਾ ਪਿਆ ਤੇ ਤੁਸਾਂ ਕੀ ਲੱਗਸੀ ਕਿ ਜੋਗ ਕਿੰਨਾ ਬੜਾ ਹੀ ਮੁਸ਼ਕਿਲ ਕੰਮ ਆ ਕਿਉਂਕਿ 12 ਸਾਲ ਤੁਸਾਂ ਖੂਹ ਵਿੱਚ ਪਏ ਰਹੇ ਹੋ ਫਿਰ ਉਹ ਗੋਰਖਨਾਥ ਕੀ ਆਖਣਾ ਪਿਆ ਕਿ ਮੈਂ ਮਿੰਨਤਦਾਰਾ ਕਰਨਾ ਪਿਆ ਮਿਕੀ ਚੇਲਾ ਬਣਾਈ ਕਿਨੋ ਜਾਂ ਮਿਕੀ ਇਹ ਜਿਹੜੀ ਜੋਗੀ ਬਣਾਓ ਰਾਂਝੇ ਨੇ ਵੀ ਤੁਸਾਂ ਸੁਣ ਸੋ ਤੇ ਬੰਦੇ ਕੀ ਫਿਰ ਸਮਝ ਅਸ਼ਰੀਨਾ ਕਿਆ ਕਿ ਕਿਤਨਾ ਸਟੇਟਸ ਹਾਈ ਆ ਇਹਨਾਂ ਨਾਲ ਉਸ ਸੁਸਾਇਟੀ ਵਿੱਚ ਹਾਲਾਂਕਿ ਉਹ ਸੁਸਾਇਟੀ ਚ ਸ਼ਾਮਿਲ ਕੋਈ ਨਹੀਂ ਹੋ ਉਸ ਸੁਸਾਇਟੀ ਤੋਂ ਉਹ ਖਾਲੀ ਹੋ ਚੁੱਕੇ ਉਹ ਉਹਨਾਂ ਛੋੜੀ ਸੁਸਾਇਟੀ Zubair sahab, I have to go in 2 minutes, so we can wrap it. ਬਿਲਕੁਲ ਠੀਕ ਆ Sorry. ਹਾਂ ਠੀਕ ਹੈ ਆਪਣੇ ਕਿਸ਼ਵਰ ਜੀ ਤੁਸੀਂ ਇਹ ਪੁਆਇੰਟ ਤੁਹਾਡਾ ਬਹੁਤ ਅੱਛਾ ਹੈ ਵੈਲਿਡ ਹੈ ਵੀ ਸ਼ੈਲ ਕੰਟੀਨਿਊ ਅਸੀਂ ਅਗਲੀ ਜਿਹੜੀ ਹੈ ਕਲਾਸ ਦੇ ਵਿੱਚ ਇਹਨੂੰ ਕੰਟੀਨਿਊ ਕਰਾਂਗੇ ਤੇ ਬਹੁਤ ਅੱਛਾ ਹੈ ਅਗਰ ਤੁਸੀਂ ਵਿਕਰਮਾਜੀਤ ਇਹਨਾਂ ਨੇ ਲੱਭ ਲਿਆ ਤੇ ਤੁਸੀਂ ਥੋੜਾ ਜਿਹਾ ਗੋਰਖਨਾਥ ਵੀ ਗੂਗਲ ਕਰੋ ਜਾਂ ਟਿੱਲਾ ਜੋਗੀਆਂ ਥੋੜਾ ਜਿਹਾ ਤੁਸੀਂ ਦੇਖੋ ਉਹ ਸਾਰੇ ਦੋਸਤ ਦੇਖ ਕੇ ਆਣ ਤੇ ਫਿਰ ਬੜੀ ਅੱਛੀ ਜ਼ਿਆਦਾ ਭਰਵੀਂ ਜਿਹੜੀ ਹੈ ਉਹ ਗੱਲਬਾਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਥੈਂਕ ਯੂ ਸਰ ਬਾਏ ਸਰ ਥੈਂਕ ਯੂ